ਪਿੱਛਾ ਉਹਨੇ ਵੇਖਿਆ ਵੀ ਯਾਰ ਬਰਮੀ ਦੇ ਵਿੱਚ ਅੱਗ ਲੱਗੀ ਵੀ ਹੈ ਤੇ ਬਾਜਾਂ ਆਉਂਦੀਆਂ ਫੁਕਾਰੇ ਉਂ ਤਾਂ ਯਾਰ ਸੱਪ ਹੈ, ਵੇਖੋ ਕੀ ਹੁੰਦਾ ਹੈ। ਜਾ ਕੇ ਮਾਰੀ ਛਾਲ ਤੇ ਬਰਮੀ ਦੇ ਵਿੱਚ ਜਾ ਡਿੱਗਿਆ। ਸੱਪ ਨੂੰ ਚੱਕਿਆ, ਚੱਕ ਕੇ ਸੱਪ ਨੂੰ ਤੇ ਬਾਹਰ ਲਿਆਂਦਾ ਅੱਗ ਚੋਂ। ਜਦੋਂ ਅੱਗ ਚੋਂ ਬਾਹਰ ਲਿਆਂਦਾ, ਅੱਗ ਚੋਂ ਬਾਹਰ ਲਿਆ ਕੇ ਉਹਨੂੰ ਵੇਖਿਆ, ਵੇਖ ਕੇ ਉਹਨੂੰ ਕਹਿੰਦਾ ਤੈਨੂੰ ਇੱਥੇ ਛੱਡ ਦਿਆਂ। ਕਹਿੰਦਾ ਨਾ ਯਾਰ ਅਜੇ ਵੀ ਤਾਂ ਆਉਂਦਾ 10 ਕਿੱਲੇ ਹੋਰ ਲੈ ਗਿਆ। ਕਹਿੰਦਾ ਇੱਥੇ ਛੱਡ ਦਿਆਂ। ਕਹਿੰਦਾ ਨਾ ਯਾਰ ਅਜੇ ਵੀ ਤਾਂ ਆਉਂਦਾ। ਚਲੋ ਚਾਲ ਜੀ, ਉਹਨੂੰ ਘੱਟੋ ਘੱਟ 5 ਕੋਹ ਲੈ ਗਿਆ। 5 ਕੋਹ 'ਚ ਜਦੋਂ ਲਿਜਾ ਕੇ ਛੱਡਿਆ ਤੇ ਸੱਪ ਨੇ ਫੁਕਾਰਾ ਮਾਰਿਆ, ਉਹਨੂੰ ਕਾਲਾ ਕਰਤਾ। ਉਹਦੀ ਜਿਹੜੀ ਰੰਗ ਦੀ ਲਾਲੀ ਸੀ ਸਾਰੀ ਗਾਇਬ ਕਰਤੀ। ਜਦੋਂ ਗਾਇਬ ਕਰਤੀ ਤੇ ਉਹ ਹੁਣ ਵੇਖਦਾ, ਕਹਿੰਦਾ ਕਰਤਾ ਨਾ ਉਹੀ ਕੰਮ। ਕਹਿੰਦਾ ਨਹੀਂ ਨਹੀਂ ਰਾਜਨ, ਤੇਰੇ ਤੇ ਵਕਤ ਪਿਆ ਵੈ, ਮੈਂ ਸਾਰੀ ਹਿਸਟਰੀ ਪੜ੍ਹ ਵੇਖ ਲਈ ਹੈ, ਤੇਰੇ ਤੇ ਵਕਤ ਪਿਆ ਵੈ। ਤੈਨੂੰ ਆ ਮੇਰੀ ਮੁੱਛ ਦਾ ਵਾਲ ਲੈ ਲਾ, ਜਾ ਕੇ ਤੂੰ ਮਜ਼ਦੂਰੀ ਕਰਕੇ ਵੀ ਰੋਟੀ ਖਾ ਲਏਗਾ, ਸਭ ਕੁਝ ਕਰਕੇ ਖਾ ਲਏਗਾ। ਜੇ ਤੂੰ ਮਤਲਬ ਪਤਾ ਲੱਗੇ ਵੀ ਤੂੰ ਰਾਜਾ ਹੈ, ਤੈਨੂੰ ਕਿਸੇ ਨੇ ਸਿਆਣਨਾ ਨਹੀਂ। ਤੂੰ ਆ ਮੇਰੀ ਮੁੱਛ ਦਾ ਵਾਲ ਲੈ ਲਾ, ਇਹਨੂੰ ਜਦੋਂ ਤੂੰ ਧੂਫ ਦੇਵੇਂਗਾ ਨਾ ਤੇ ਮੈਂ ਇਸੇ ਤੇ ਕਾ ਹਾਜ਼ਰ ਨਾਜ਼ਰ ਹੋ ਜੂ। ਬਾਦਸ਼ਾਹ ਨੇ ਭਾਈ ਉਵੇਂ ਕਰਿਆ, ਵਾਲ ਲੈ ਲਿਆ, ਦੁਪੱਟੇ ਦੇ ਲੜ ਬੰਨਿਆ, ਬੰਨ ਕੇ ਤੇ ਭੁੱਖਾ ਪਿਆਸਾ 4 ਦਿਨ ਦਾ ਤੁਰਿਆ ਜਾਂਦਾ ਹੈ। ਤੁਰਿਆ ਜਾਂਦਾ ਤੇ ਰਾਜੇ ਢੋਰ ਦੇ ਮਹਿਲੀਂ ਜਾ ਵੜਿਆ। ਜਦੋਂ ਰਾਜੇ ਢੋਰ ਦੇ ਮਹਿਲੀਂ ਜਾ ਵੜਿਆ ਨਾ, ਮਹਿਲ ਅੱਗੇ ਜਾ ਕੇ ਤੇ ਦਾਸੀ ਤਾਹਾਂ ਖੜੀ ਹੈ। ਉਹਨੂੰ ਕਹਿੰਦਾ ਭਾਈ ਬੀਬਾ ਜੇ ਕੋਈ ਲੱਸੀ ਲੁੱਸੀ ਹੈਗੀ ਤਾਂ ਪਿਆ ਦੇ, ਭੁੱਖ ਲੱਗੀ। ਰਾਣੀ ਖੜੀ ਸੀ ਨਾਲ। ਰਾਣੀ ਕਹਿੰਦੀ ਉਹ ਬੰਦਾ ਹੈ ਕੌਣ? ਕਹਿੰਦੀ ਮਹਾਰਾਜ ਕੋਈ ਮਤਲਬ ਰਾਹੀ ਹੈ ਤੇ ਲੱਸੀ ਮੰਗਦਾ। ਕਹਿੰਦੀ ਵੀ ਲੱਸੀ ਮੰਗਦਾ ਹੈ? ਹਾਂ। ਉਹ ਉੱਤਰੀ ਰਾਣੀ ਕਹਿੰਦੀ ਵੀ ਦੱਸ ਕੀ ਚਾਹੀਦਾ? ਕਹਿੰਦਾ ਮਹਾਰਾਜ ਜੇ 2 ਪ੍ਰਸ਼ਾਦੇ ਖਵਾ ਦੇ ਤਾਂ ਬਹੁਤ ਚੰਗੀ ਗੱਲ ਹੈ। ਉਹਨੇ ਵੇਖਿਆ ਵੀ ਤੇਰੀ ਹਾਲਤ ਇਸ ਤਰ੍ਹਾਂ ਕਿਉਂ ਹੋਈ ਵੀ ਹੈ, ਤੇਰੇ ਨਕਸ਼ੇ ਨਰ ਸੁਲਤਾਨ ਵਰਗੇ ਹੈ। ਕਹਿੰਦਾ ਹੋ ਕਹਿੰਦਾ ਭੈਣੇ ਤੂੰ ਮੈਨੂੰ ਪਛਾਣ ਲਿਆ ਹੈਂ? ਮੈਂ ਹੈ ਬਿਲਕੁਲ ਉਹੀ, ਪਰ ਮੈਨੂੰ ਸੱਪ ਨੇ ਕਾਲਾ ਕਰਤਾ। ਮੈਂ ਤਾਂ ਭੁੱਖਾ 4 ਦਿਨ ਦਾ ਹੋ ਗਿਆ, ਮੇਰੇ ਤੇ ਤਾਂ ਵਕਤ ਪੈ ਗਿਆ, ਮੈਨੂੰ ਰੋਟੀ ਖਵਾ। ਉਹਨੇ ਦਰਵਾਜ਼ੇ 'ਚ ਮੰਜਾ ਡਾਹਤਾ ਤੇ ਇਹਨੇ ਜਦੋਂ ਰੋਟੀ ਖਾ ਕੇ ਹਟਿਆ ਨਾ, ਲੱਸੀ ਲੁੱਸੀ ਪੀ ਕੇ ਹਟਿਆ ਤੇ ਕੰਚਨਾਪੁਰੀ ਤੋਂ ਘੋੜੀਆਂ ਲੈ ਕੇ ਘੋੜ ਕਲਵਾੜ ਵਿੱਚ ਦੀ ਲੰਘਣ ਲੱਗਾ। ਜਦੋਂ ਲੰਘਣ ਲੱਗੀਆਂ ਘੋੜੀਆਂ, ਕਹਿੰਦਾ ਵੀ ਰਾਜੇ ਨੂੰ ਕਹਿੰਦਾ ਘੋੜੀ ਨਾ ਮਤਲਬ ਤਬੇਲੇ 'ਚ ਰੱਖੀ। ਕਹਿੰਦਾ ਕਿਉਂ? ਇਹ ਤਾਂ ਘੋੜੀ ਏਡੀ ਸੁੰਦਰ ਹੈ। ਕਹਿੰਦਾ ਨਾ 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 ਬਿਲਕੁਲ ਨਾ ਰੱਖੀ ਇਹਨੂੰ ਵਿੱਚ, ਇਹ ਸਾਰੇ ਤਬੇਲੇ ਨੂੰ ਮਤਲਬ ਮਾਰ ਦੂ। ਉਹ ਕਹਿੰਦਾ ਲੈ ਅਸੀਂ ਤੈਨੂੰ ਜਾਣ ਨਹੀਂ ਦਿੰਦੇ, ਜੇ ਨਾ ਹੋਇਆ ਤੜਕੇ ਨੂੰ। ਕਹਿੰਦਾ ਤੂੰ ਤੜਕੇ ਨੂੰ ਚਾਂਸ ਦੇਖ ਲਈ। ਉਹੀ ਗੱਲ, ਤੜਕੇ ਨੂੰ 2 ਘੋੜੀਆਂ ਮਰ ਗਈਆਂ। ਉਹ ਕਹਿੰਦਾ ਤੂੰ ਕੋਈ ਕੋਚਵਾਨ ਹੈ? ਕਹਿੰਦਾ ਪੂਰਾ ਕੋਚਵਾਨ ਆ ਮੈਂ। ਕਹਿੰਦਾ ਮੇਰੇ ਨੌਕਰ ਰਹਿ ਪਾ। ਕਹਿੰਦਾ ਰਹਿ ਪੂੰਗਾ, ਮੈਂ ਤਾਂ ਟਾਈਮ ਪੂਰਾ ਕਰਨਾ ਆਪਦਾ। ਹੁਣ 12 ਸਾਲ ਦਾ ਸੌਂਤਾ ਸੀ ਜਦੋਂ ਉਹਨੇ ਇਹ ਗੱਲ ਕਹੀ। ਕਰਦਾ ਤੁਰਿਆ ਤੇ ਮਤਲਬ ਚੱਕਦਾ ਤੁਰਿਆ ਆ, ਵੇਖਦਾ ਹੈ। ਉਹਨੂੰ ਭਾਈ ਕੰਚਨਾਪੁਰੀ ਨੂੰ ਘੋੜੀਆਂ ਲੈਣ ਭੇਜਤਾ। ਜਦੋਂ ਘੋੜੀਆਂ ਵਧੀਆ ਲਿਆ ਕੇ ਤਬੇਲੇ ਦੇ ਵਿੱਚ ਖੜੀਆਂ ਕਰੀਆਂ, ਘੋੜੀਆਂ ਦਾ ਉਹਨੂੰ ਰਾਜੇ ਨੂੰ ਨਫਾ ਨਿਕਲਿਆ। ਉਹਨੂੰ ਮਤਲਬ ਪੱਕਾ ਕਰਤਾ, ਘੋੜੀਆਂ ਲਿਆ ਕਰੇ ਵੇਚਿਆ ਕਰੇ। ਉਹ ਉਹਦੇ ਘਰ ਵਾਲੀ ਦੇ ਮਤਲਬ ਨੇੜੇ ਹੋ ਗਿਆ, ਭੈਣ ਭਰਾ ਦਾ ਰਿਸ਼ਤਾ। ਉਹਨੂੰ ਰਾਜੇ ਨੂੰ ਸ਼ੱਕ ਪੈ ਗਈ ਵੀ ਇਹ ਤਾਂ ਗਲਤ ਹੈ।
ਉਹਨੂੰ ਭਾਈ ਤਹਾਂ ਆਪਦੇ ਚੌਂਤੇ ਤੋਂ ਲਾ ਕੇ ਤੇ ਤਹਾਂ ਮਤਲਬ ਮਹਿਲ ਚ ਬਾੜਤਾ ਰਾਣੀ ਨੂੰ ਵੀ ਥੱਲੇ ਚੌਂਤੇ ਚ ਨਾ। ਉਹਨੇ ਬੜਾ ਗੁੱਸਾ ਕਰਿਆ, ਬੜਾ ਮਤਲਬ ਵੇਖਿਆ। ਉਹਨੇ ਇਹਦੇ ਕੋਲੇ ਗੱਲ ਕਰੀ, ਉਹ ਕਹਿੰਦਾ ਭੈਣੇ ਕੋਈ ਨਹੀਂ, ਜਦੋਂ ਕੋਈ ਟਾਈਮ ਆਇਆ ਨਾ ਤੈਨੂੰ ਮੈਂ ਚੌਂਤੇ ਚੜਾ ਕੇ ਜਾਊਂਗਾ, ਪਰ ਅਜੇ ਮੇਰੀ ਪਾਵਰ ਨਹੀਂ। ਕੰਚਨਾਪੁਰੀ ਫੇਰ ਉੱਠ ਗਿਆ, ਜਾ ਕੇ ਘੋੜੀਆਂ ਲਿਆਇਆ, ਵੇਚ ਕੇ ਘੋੜੀਆਂ ਆ ਗਿਆ। ਆਣ ਕੇ ਤੇ ਜਦੋਂ ਤਹਾਂ ਗਿਆ, ਜਾ ਕੇ ਉਹਨੇ ਰੋਟੀ ਨਾ ਖਾਧੀ, ਉਹਨੂੰ ਰੋਟੀ ਰਾਟੀ ਖਵਾਈ, ਚਾਹ ਪਾਣੀ ਪਿਆਇਆ, ਪਿਆ ਕੇ ਥੱਲੇ ਉਤਰਿਆ। ਉਤਰ ਕੇ ਰਾਜੇ ਨੂੰ ਕਹਿੰਦਾ ਵੀ ਗੱਲ ਹੀ ਨਹੀਂ ਹੈ ਰਾਜਨ, ਤੂੰ ਮਤਲਬ ਚੌਂਤੇ ਚੜਾ ਲਾ। ਕਹਿੰਦਾ ਵੀ ਨਹੀਂ, ਇਹਦਾ ਬਦਕਾਰ ਹੈ, ਇਹ ਤਾਂ ਬਦਮਾਸ਼ ਹੈ, ਇਹ ਤਾਂ ਐਂ ਹੈ, ਤੂੰ ਮੇਰਾ ਘਰ ਖਰਾਬ ਕਰਤਾ, ਮਤਲਬ ਪੂਰੇ ਲਾਂਭੇ ਦਿੱਤੇ। ਉਹ ਕਹਿੰਦਾ ਰਾਜਨ ਨਹੀਂ, ਇਹ ਗਲਤ ਹੈ, ਤੂੰ ਗਲਤ ਸੋਚੀ ਬੈਠਾ ਹੈ। ਰਾਜੇ ਢੋਰ ਨੂੰ ਆਖਿਆ। ਉਹਨੇ ਭਾਈ ਜਦੋਂ ਇੱਥੋਂ ਚਲੋ ਚਾਲ, ਉਹ ਕਹਿੰਦਾ ਰਾਜਨ ਗੱਲ ਇੰਨੀ ਆ ਵੀ ਮੇਰਾ ਤਾਂ ਟਾਈਮ ਹੋ ਗਿਆ ਪੂਰਾ, ਮੈਂ ਤਾਂ 12 ਸਾਲ ਕੱਟ ਲਏ ਆ ਪੂਰੇ, ਪਰ ਤੂੰ ਇਹਨੂੰ ਚੌਂਤੇ ਚੜਾ ਲਾ। ਹੁਣ ਤੁਰਿਆ ਜਾਂਦਾ, ਘੋੜਾ ਲੈ ਲਿਆ, ਤਲਵਾਰ ਲੈ ਲਈ, ਢਾਲ ਲੈ ਲਈ, ਪੂਰਾ ਮਤਲਬ ਅਵਸਥਾ ਨਾਲ ਚੜਾਈਆਂ ਕਰਿਆ ਤੁਰਿਆ ਜਾਂਦਾ। ਤੇ ਜਾਨੀ ਰਾਤ ਦਾ ਭੱਜਿਆ ਵਾ, ਹੈਂ ਰਾਤ ਦਾ ਭੱਜਿਆ ਵਾ, ਬਾਹਰ ਪੁਲਿਸ ਪੈ ਗਈ। ਜਦੋਂ ਪੁਲਿਸ ਪੈ ਗਈ, ਪੁਲਿਸ ਨੇ ਜਿਉਂ ਡੱਕਰਿਆ ਜੰਗਲ ਰੋਹੀ ਬੀਆਬਾਨ ਦੇ ਵਿੱਚ, ਤੇ ਤੁਰਿਆ ਜਾਂਦਾ ਜੰਡ ਤੇ ਚੜ੍ਹ ਗਿਆ। ਜੰਡ ਤੇ ਚੜ੍ਹ ਗਿਆ, ਮਗਰ ਸ਼ੇਰ ਲੱਗ ਗਿਆ। ਜਦੋਂ ਸ਼ੇਰ ਲੱਗ ਗਿਆ, ਸ਼ੇਰ ਦੇ ਥੱਲੇ ਜਦੋਂ ਥੱਲੇ ਸ਼ੇਰ ਖੜਾ, ਉੱਤੇ ਆਪ ਜੰਡ ਦੇ, ਇੱਕ ਪਾਸੇ ਸੱਪ, ਇੱਕ ਪਾਸੇ ਜੰਡ ਦੇ ਆਪ। ਹੁਣ ਵੇਖਦਾ, ਵੇਖ ਕੇ ਚਾਰ ਛਪੇਰਾ ਤੇ ਨਰ ਸੁਲਤਾਨ ਘੋੜੇ ਨਾਲ ਜਦੋਂ ਧੂੜ ਉੱਠਦੀ ਤੁਰੀ ਆਉਂਦੀ ਹੈ ਤੇ ਤੁਰਿਆ ਆਉਂਦਾ। ਆਣ ਕੇ ਜਦੋਂ ਉਹਨੂੰ ਕਹਿੰਦਾ ਉਹ ਭਰਾ ਪੱਗ ਘਾਈ ਵੀ ਤੂੰ ਪਾਸੇ ਦੀ ਲੰਘ ਜਾ, ਵੀ ਮਤਲਬ ਥੱਲੇ ਸ਼ੇਰ ਖੜਾ ਹੈ, ਮੈਂ ਤਾਂ ਮਰਿਆ ਤੂੰ ਨਾ ਮਰ ਜੀ, ਹੁੱਕੇ ਮਾਰਦਾ। ਉਹਨੇ ਭਾਈ ਉਹ ਕਹਿੰਦਾ ਯਾਰ, ਖੜ ਕੇ ਸੁਣਿਆ, ਸੁਣ ਕੇ ਕਹਿੰਦਾ ਯਾਰ ਜਦੋਂ ਮੈਨੂੰ ਭਰਾ ਹੀ ਕਹਿਤਾ ਇਹ ਤਾਂ ਕੋਈ ਗੱਲ ਹੈ। ਜਦੋਂ ਥੱਲੇ ਵੇਖਿਆ ਜਾ ਕੇ ਤੇ ਸ਼ੇਰ, ਉਹਨੇ ਮਾਰੀ ਤਲਵਾਰ, ਢਾਲ ਲਾ ਰੋਕ ਕੇ ਦੋ ਟੋਟੇ ਕਰਕੇ ਸਿੱਟਤਾ। ਜਦੋਂ ਸਿੱਟਤਾ ਦੋ ਟੋਟੇ ਕਰਕੇ ਪੈ ਗਿਆ, ਉਤਰਿਆ, ਉਤਰ ਕੇ ਜੱਫੀ ਪਾ ਲਈ, ਪੱਗ ਰੱਖਤੀ ਆਪਦੀ ਉਹਦੇ ਸਿਰ ਤੇ। ਕਹਿੰਦਾ ਵੀ ਤੂੰ ਕੌਣ? ਕਹਿੰਦਾ ਮੈਂ ਜਾਨੀ। ਕਹਿੰਦਾ ਰਾਜਾ ਤੇਰਾ ਸਭ ਕੁਛ ਲੁੱਟਿਆ, ਅੱਜ ਤੇਰਾ ਸਾਰਾ ਵਾਪਸ ਹੋਊਗਾ। ਉਹਨੇ ਚੱਕ ਕੇ ਭਾਈ ਆਣ ਕੇ ਉਹਦਾ ਸਿਉਣਾ, ਲੀਰੇ, ਮੋਤੀ, ਜਵਾਹਰ ਜੋ ਕੁਛ ਸੀ ਲੁੱਟਿਆ, ਉਹਦਾ ਵਾਪਸ ਕਰਤਾ। ਰਾਣੀ ਨਿਹਾਲ ਦੇ ਚਿਖਾ ਦੇ ਵਿੱਚ ਚਣਾਈ ਬੈਠੀ ਸੀ, ਉਹਨੂੰ ਆਣ ਕੇ ਚਿਖਾ ਚੋਂ ਕੱਢਿਆ, ਕੱਢ ਕੇ ਚਿਖਾ ਚੋਂ ਤੇ ਉਹਨੂੰ ਮਤਲਬ ਚੜਾਇਆ ਉਹਨੂੰ ਮਹਿਲੀ। ਜਦੋਂ ਮਹਿਲੀ ਵਸਤ ਹੋ ਗਈ, ਫਿਰ ਸਾਰਾ ਕੁਛ ਹੀਰੇ ਮੋਤੀ ਜਵਾਹਰ ਵਾਪਸ ਆ ਗਏ ਤੇ ਰਾਜੇ ਦਾ ਚਾਲ ਚੱਲਣ ਉਹੀ ਹੋ ਗਿਆ। ਉਹਨੇ ਹੁਣ 6 ਮਹੀਨਿਆਂ ਦਾ ਵਕਤ ਕਰਿਆ ਸੀ ਵੀ 6 ਮਹੀਨਿਆਂ ਨੂੰ ਮੇਰੇ ਮੁੰਡੇ ਦਾ ਵਿਆਹ ਹੈ ਤੇ ਤੂੰ ਆਉਣਾ ਹੋਊਗਾ। ਕਹਿੰਦਾ ਕੋਈ ਨਾ ਭੈਣੇ। ਰਾਤ ਨੂੰ ਰਾਜਾ ਪਿਆ ਪਿਆ ਹੁਣ ਸੋਚੀ ਜਾਂਦਾ, ਚਿੱਠੀ ਆਈ, ਚਿੱਠੀ ਡਾਕ ਗਿਆ, ਫੜਾ ਕੇ ਮੁੜ ਗਿਆ ਤੇ ਪੜ੍ਹਦਾ ਤੇ ਨਾਲੇ ਮਤਲਬ ਰਾਣੀ ਕਹਿੰਦੀ ਕੀ ਗੱਲ ਬਾਦਸ਼ਾਹ ਚੁੱਪ ਕਰਕੇ ਪੈ ਗਏ? ਕਹਿੰਦਾ ਕੀ ਦੱਸਾਂ? ਕਹਿੰਦੀ ਗੱਲ ਤਾਂ ਦੱਸੋ ਕੀ ਆ? ਕਹਿੰਦਾ ਇਸ ਤਰ੍ਹਾਂ ਕਰਕੇ ਮੈਂ ਜਿੱਥੇ ਵਕਤ ਕੱਟਿਆ ਸੀ ਨਾ, ਉਹ ਮੇਰੀ ਭੈਣ ਨੇ ਚਿੱਠੀ ਲਿਖੀ ਹੈ, ਚਿੱਠੀ ਲਿਖੀ ਆ, ਹੁਣ ਉਹਨੂੰ ਚੌਂਤੇ ਚੜਾਉਣਾ ਹੈ। ਹੁਣ ਮੈਂ ਸੋਚਦਾ ਵੀ ਇਹ ਚੌਂਤੇ 'ਚ ਚੜੂ ਕਿਵੇਂ? ਲੈ ਕੇ ਭਾਈ ਉਹਨੇ 6 ਮਹੀਨੇ ਪਹਿਲਾਂ ਮਤਲਬ 500 ਹਾਥੀ, 500 ਘੋੜਾ, 500 ਮਤਲਬ ਜਵਾਨ ਲੈ ਕੇ ਮਤਲਬ ਰਾਜ ਬੱਗੀ ਤੇ ਚੱਲ ਪਈ।
6 ਮਹੀਨੇ ਪਹਿਲਾਂ। ਜਦੋਂ ਚੱਲ ਪਏ ਤਾਂ ਵੇਖਦਾ ਤੁਰੋ ਚਲੋ ਚਾਲ 10 ਦਿਨ ਹੋ ਗਏ ਤੁਰੇ ਆਉਂਦਿਆਂ ਨੂੰ। ਗਰਮੀ ਦਾ ਟਾਈਮ ਹੈ ਤੇ ਰਾਹ ਦੇ ਵਿੱਚ ਪਿੱਪਲ ਸੀ। ਸੋਚਦਾ ਵੀ ਉੱਥੇ ਪਿੱਪਲ ਤੇ ਦੁਪਹਿਰਾ ਕੱਟਾਂਗੇ, ਨਾਲੇ ਉੱਥੇ ਪਾਣੀ ਹੈਗਾ, ਚੱਪੜੀ ਆ, ਉੱਥੋਂ ਪਾਣੀ ਪੀ ਲਾਂਗੇ, ਨਾਲੇ ਮਤਲਬ ਉੱਥੇ ਦੁਪਹਿਰਾ ਕੱਟ ਲਾਂਗੇ। ਜਦੋਂ ਦੁਪਹਿਰੇ ਦਾ ਨਾਂ ਲਿਆ ਤੇ ਰਾਣੀ ਨਿਹਾਲਦੇ ਕਹਿੰਦੀ ਮਹਾਰਾਜ, ਕਹਿੰਦੀ ਥੋੜੀ ਜਿਹੀ ਬਾਟ ਜਦੋਂ ਪਿੱਛੇ ਰਹਿ ਗਈ, ਕਹਿੰਦੀ ਮਹਾਰਾਜ ਮੈਂ ਤਾਂ ਪਿਸ਼ਾਬ ਕਰਨਾ ਹੈ। ਪਿੱਪਲ ਤੇ ਜਨ ਰਹਿੰਦਾ ਸੀ, ਪਿੱਪਲ ਭਾਰਾ ਬਹੁਤ ਸੀ। ਜਨ ਨੇ ਵੇਖਿਆ ਵੀ ਆਹਾ ਹਾ 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 ਦੁਪਹਿਰੇ ਕੌਣ ਬਸਤਾ ਹੈ। ਉਹਨੇ ਮਾਰੀ ਡਾਰੀ ਬਣ ਕੇ 101 ਸਾਲ ਦੀ ਬੁੜੀ ਤੇ ਰਾਣੀ ਦੇ ਕੋਲ ਆ। ਜਦੋਂ ਰਾਣੀ ਪਿਸ਼ਾਬ ਕਰਕੇ ਹਟੀ, ਕਹਿੰਦੀ ਨਹੀਂ ਤੀਜੇ ਮੈਨੂੰ, ਕਹਿੰਦੀ 1 ਸਾਲ ਹੋ ਗਿਆ ਤੈਨੂੰ ਡੀਕੀ ਜਾਂਦੀ ਨੂੰ। ਕਹਿੰਦੀ ਤੂੰ ਹੈ ਕੌਣ? ਕਹਿੰਦੀ ਮੈਂ ਤੇਰੀ ਨਾਨੀ ਆ। ਰਾਣੀ ਨਿਹਾਲਦੇ ਨੂੰ ਹੁਣ ਉਹਨਾਂ ਨੇ ਵੇਖੀ ਨਹੀਂ ਸੀ। ਜਦੋਂ ਉਹਨੇ ਵੇਖਿਆ ਝਾਕ ਕੇ ਜਨ ਨੇ ਉਹ ਮਾਰੀ ਥੱਲੇ, ਮਤਲਬ ਖੂਹ ਦੇ ਵਿੱਚ ਚੱਕ ਕੇ ਲੈ ਗਿਆ। ਹੁਣ ਰਾਜਾ ਭਾਲੇ ਇੱਧਰ ਉੱਧਰ ਵੇਖ 4 ਚਪੇਰਾ ਅੱਗਾ ਪਿੱਛਾ ਵੇਖ, ਕਿਤੋਂ ਨਾ ਥਿਆਈ। 10 ਦਿਨ ਹੋ ਗਏ ਰੋਈ ਜਾਂਦਾ ਬੈਠਾ ਪੰਡਾਲ ਦੇ ਵਿੱਚ, ਆਪਦੀ ਫੌਜ ਦੇ ਵਿੱਚ। ਕੋਈ ਨਾ ਕਿਸੇ ਦੀ ਗੱਲ ਸੁਣਦਾ। ਕਰਦੇ ਕਰਾਉਂਦੇ ਉਹਨੇ ਜਾਨੀ ਨੂੰ ਲਿਖਿਆ ਪੱਤਰ। ਜਦੋਂ ਜਾਨੀ ਨੂੰ ਪੱਤਰ ਲਿਖਤਾ ਨਾ, ਜਾ ਕੇ ਉਹਨੂੰ ਕਹਿੰਦਾ ਵੀ ਉਹਨੂੰ ਕਹੇ ਆਪਦੇ ਪੱਟ ਤੇ ਬਲੇਟ ਮਾਰਿਆ, ਬਲੇਟ ਦੇ ਮੋਰ ਦੇ ਫੰਗ ਦੀ ਲਈ ਕਲਮ ਤੇ ਹੱਥ ਤੇ ਲਿਖਤਾ। ਕਲਦਾ ਲੈ ਕੇ ਜਦੋਂ ਉਹਦਾ ਨੌਕਰ ਪਹੁੰਚਿਆ, ਹੁਣ ਜਦੋਂ ਜਾਨੀ ਦੇ ਪੰਡਾਲ ਪਹੁੰਚਿਆ, ਜਦੋਂ 10 ਇੱਧਰ ਬੈਠੇ 10 ਇੱਧਰ ਬੈਠੇ ਆ ਵੀ ਜਾਨੀ ਕਿੱਥੇ, ਅੱਗੇ ਚਲੇ ਜਾਓ। ਉਹਨਾਂ ਨੇ ਜਹਾਜ਼ ਲੁੱਟਣਾ ਸੀ। ਉਹਨਾਂ ਨੇ ਆਖਿਆ ਵੀ ਮਲਾਹ ਪਹਿਲਾਂ ਹੀ ਗੱਲ ਕਰਨ ਆ ਗਿਆ। ਉਹ ਜਿਹੜਾ ਕੋਈ ਕਹੇ ਮਲਾਹ ਗਾਹਾਂ ਹੋ ਜਾ, ਵੀ ਉਹ ਤਾਂ ਅੱਗੇ ਬੈਠਾ। ਜਦੋਂ ਅੱਗੇ ਜਾ ਵੜਿਆ, ਜਾ ਕੇ ਵੇਖਿਆ, ਵੇਖ ਕੇ ਉਹਨੂੰ ਕਹਿੰਦਾ ਵੀ ਜਾਨੀ ਕਿਹੜਾ ਤੁਹਾਡੇ ਚੋਂ ਸੁਲਤਾਨੀ ਨੂੰ ਕਹਿੰਦਾ? ਕਹਿੰਦਾ ਵੀ ਆ ਮੇਰੇ ਪਿਤਾ ਬੈਠੇ। ਉਹਨੇ ਕਹਿੰਦਾ ਜੀ ਆ ਮਤਲਬ ਰੁੱਕਾ ਭੇਜਿਆ ਰਾਜੇ ਨੇ। ਜਦੋਂ ਰੁੱਕਾ ਕਿਹਾ, ਕਹਿੰਦਾ ਕੀ ਗੱਲ ਹੋ ਗਈ? ਕਹਿੰਦਾ ਜੀ 15 ਦਿਨ ਹੋ ਗਏ ਰਾਣੀ ਨਹੀਂ ਥੀ ਆਉਂਦੀ। ਰਾਣੀ ਪਿਸ਼ਾਬ ਕਰਨ ਬੱਗੀ 'ਚ ਉਤਰੀ ਸੀ ਤੇ ਰਾਣੀ ਨੂੰ ਪਤਾ ਨਹੀਂ ਉੱਥੋਂ ਹੀ ਗਾਇਬ ਹੋ ਗਈ, ਰਾਣੀ ਨਹੀਂ ਥੀ ਆ ਰਹੀ। ਉਹ ਕਹਿੰਦਾ ਓਹ ਹੋ ਆ ਗਿਆ। ਕਹਿੰਦਾ ਚੱਲ ਬਈ, ਸੁਲਤਾਨੀ ਨੂੰ ਦੇਤਾ ਚਾਰਜ। ਕਹਿੰਦਾ ਵੀ ਜਹਾਜ਼ ਲੁੱਟਣਾ, ਮਾਰਨੀ ਕਰਨੀ, ਮਤਲਬ ਹੀਰੇ ਮੋਤੀ ਚੱਕਣੇ ਆ, ਹੋਰ ਕੁਝ ਨਹੀਂ ਚੱਕਣਾ। ਤੇ ਇਹਦਾ ਅੱਜ ਤੋਂ ਤੁਹਾਡਾ ਇੰਚਾਰਜ ਸੁਲਤਾਨੀ ਹੈ। ਸਾਰਿਆਂ ਨੂੰ ਸਮਝਾਤਾ। ਆਪ ਜਿਉਂ ਚੜ੍ਹੇ ਕਲਤੇ ਤੇ ਜਾ ਵੜੇ। ਜਾ ਕੇ ਜਦੋਂ ਰਾਜੇ ਕੋਲੇ ਪਹੁੰਚਿਆ, ਰਾਜਾ ਧਾਹਾਂ ਮਾਰ ਕੇ ਲੱਗ ਗਿਆ ਰੋਣ। ਕਹਿੰਦਾ ਵੀ ਕੀ ਗੱਲ ਕੀ ਹੈ? ਕਹਿੰਦਾ ਕੀ ਦੱਸਾਂ ਤੈਨੂੰ? ਕਹਿੰਦਾ ਇੰਨੇ ਦਿਨ ਹੋ ਗਏ ਰਾਣੀ ਨਹੀਂ ਥੀ ਆਉਂਦੀ। ਜਦੋਂ ਉਹਨੇ ਕਿਹਾ ਵੀ ਰਾਣੀ ਨਹੀਂ ਥੀ ਆਉਂਦੀ, ਉਹ ਕਹਿੰਦਾ ਕੋਈ ਨਹੀਂ, ਚੱਲ ਉੱਠ ਖੜਾ ਹੋ ਤੂੰ ਇੱਥੋਂ। ਰੋਹੀ ਬੀਆਬਾਨ ਜੰਗਲ 'ਚ ਚਲੇ ਗਏ। ਸ਼ਾਮ ਦਾ ਟਾਈਮ ਸੀ, ਸਾਰੀ ਦਿਹਾੜੀ ਉਹਦੇ ਕੋਲੇ ਰਿਹਾ। ਪਹਿਲਾਂ ਜਦੋਂ ਸ਼ਾਮ ਦਾ ਟਾਈਮ ਸੀ ਤਾਂ ਜਾ ਕੇ ਕੀ ਵੇਂਦੇ ਆ, ਖੂਹ ਸੀ, ਖੂਹ ਪਾਣੀ ਉਹਦਾ ਉਛਲੂ ਕਰੀ ਜਾਂਦਾ। ਜਦੋਂ ਉਛਲੂ ਕਰੀ ਜਾਂਦਾ ਤਾਂ ਮੈਦਾਨ ਗਏ। ਮੈਦਾਨ ਜਾ ਕੇ ਉਹਨੂੰ ਕਹਿੰਦਾ ਵੀ ਪਾਣੀ, ਕਹਿੰਦਾ ਇੱਥੇ ਹੱਥ ਧੋਵਾਂਗੇ, ਆਹ ਪਾਣੀ ਹੈਗਾ ਇੱਥੋਂ ਖੂਹ 'ਚੋਂ ਪਾਣੀ ਚੂੜੀਆਂ ਨਾਲ ਇੱਕ ਵਾਰੀ ਤੂੰ ਮੇਰੇ ਤੇ ਪਾ ਦੀ, ਦੂਜੀ ਵਾਰ ਮੈਂ ਪਾ ਦੂੰ ਤੇਰੇ ਤੇ। ਜਦੋਂ ਭਾਈ ਪਾ ਕੇ ਮਤਲਬ ਵੀ ਮੈਂ ਪਾ ਦੂੰ ਕਰਕੇ ਇੰਨੀ ਗੱਲ, ਤੇ ਮੈਦਾਨ ਜਦੋਂ ਆਣ ਕੇ ਹੱਥ ਧੋਣ ਲੱਗੇ, ਹੱਥਾਂ ਸਿੱਟਣ ਲੱਗੇ ਤਾਂ ਸੱਪ ਨੇ ਚੱਕੀ ਸਿਰੀ ਚੱਕ ਕੇ ਤੇ ਜਦੋਂ ਸਿੱਟਿਆ ਡੰਗ, ਪਾਣੀ ਉਛਲ ਗਿਆ।
ਉਹ ਕਹਿੰਦਾ ਹਾ ਜਾਨੀ ਕਹਿੰਦਾ ਮਹਾਰਾਜ ਹੁਣ ਉਹਦੇ ਮਾਤਾ ਵੱਸ ਸੀ, ਮਾਤਾ ਕਾਲੀ, ਉਹਨੇ ਡਾ ਕੇ ਕਾਲੀ ਦਾ ਪਹਿਰਾ ਜਦੋਂ ਪਤਾ ਕਰਿਆ ਕਹਿੰਦਾ ਹਾ ਇੱਥੇ ਤਾਂ ਕਰਾਮਾਤੀ ਹੈ, ਕੋਈ ਜੇ ਰਾਣੀ ਹੋਈ ਤਾਂ ਇੱਥੇ ਹੋ। ਆਪਦੇ ਦਿਮਾਗ ਨੇ ਮਤਲਬ ਸੋਚ ਕੇ ਆਂਦਾ, ਚੱਕ ਕੇ ਜਦੋਂ ਉਹ ਤੁਰ ਗਿਆ, ਚੱਕ ਕੇ ਹੱਥ ਹੁੱਥ ਧੋ ਲਏ, ਧੋ ਕੇ ਕਹਿੰਦਾ ਰਾਜਨ ਗੱਲ ਇੰਨੀ ਆ ਵੀ ਤੂੰ ਆ ਨਿਸ਼ਾਨ ਕੀ, ਜਾਂ ਤਾਂ ਤਲਵਾਰ ਮੈਂ ਬਾਹੂੰ ਸੱਪ ਦਾ ਸਿਰ ਲਾਉਣਾ, ਜਾਂ ਮਤਲਬ ਤੂੰ ਹੱਥ ਡਬੋਈ ਤਾਂ ਮੈਂ ਸਿੱਟੂ ਤਲਵਾਰ। ਉਹ ਕਹਿੰਦਾ ਵੀ ਤੂੰ ਹੱਥ ਡਬੋਈ ਤੇ ਮੈਂ ਸਿੱਟੂ ਤਲਵਾਰ। ਰਾਜਾ ਆਂਦਾ ਜਦੋਂ ਉਹਨੇ ਤਲਵਾਰ ਸਿੱਟੀ ਤਾਂ ਸੱਪ ਦਾ ਸਿਰ ਇੰਨਾ ਲੈ ਗਿਆ। ਜਦੋਂ ਗਿਆ ਬਾਹਰ ਤੇ ਪਾਣੀ ਬਾਹਰ ਵੱਜਿਆ ਤੇ ਮਨੀ ਮੂੰਹ ਚੋਂ ਬੋੜ ਨਿਕਲ ਕੇ ਹੋ ਗਈ। ਜਦੋਂ ਚੱਕ ਕੇ ਜਾਨੀ ਨੇ ਰਮਾਲ ਨਾਲ ਚੱਕ ਲਈ, ਜਾਨੀ ਨੇ ਰਮਾਲ ਨਾਲ ਕਹਿੰਦਾ ਹਾ ਰਾਜਨ ਜੇ ਕਹਿੰਦਾ ਰਾਣੀ ਹੋਈ ਤਾਂ ਇੱਥੇ ਹੋ। ਕਾਰਨ ਉਹ ਕਹਿੰਦਾ ਇੱਥੇ ਸੱਪ ਨੇ ਮਨੀ ਸਿੱਟੀ ਹੈ ਜਿਹੜੀ, ਇਹ ਜਿੰਨ ਦਾ ਮਤਲਬ ਵਾਸਾ ਇੱਥੇ ਆ। ਉਹਨੇ ਭਾਈ ਚੱਕ ਕੇ ਜਦੋਂ ਤੁਰ ਪਿਆ, ਚੱਕ ਕੇ ਜਦੋਂ ਮਨੀ ਸਿੱਟੀ ਪਾਣੀ ਦੇ ਵਿੱਚ ਤੇ ਥੱਲੇ ਬਹਿ ਗਿਆ ਪਾਣੀ, ਜੇ ਤਾਂ ਚੱਕਦਾ ਤਾਂ ਹੋ ਜਾਂਦਾ ਪਾਣੀ। ਕਹਿੰਦਾ ਵੀ ਰਾਜਨ, ਕਹਿੰਦਾ ਗੱਲ ਕਰ ਵੀ ਤੂੰ ਜਾਏਗਾ ਕਿ ਮੈਂ ਜਾਵਾਂ, ਇੱਥੇ ਆ ਰਾਣੀ। ਕਹਿੰਦਾ ਵੀ ਰਾਜਾ ਕਹਿੰਦਾ ਵੀ ਮੈਂ ਜਾਊਂਗਾ। ਕਹਿੰਦਾ ਗੱਲ ਇੰਨੀ ਆ ਚੀਜ਼ ਹੈ ਕਿਸੇ ਨੂੰ ਊਂ ਨਾ ਫੜਾ ਦੀ, ਇਹ ਚੀਜ਼ ਬਹੁਤ ਕਰਾਮਤੀ ਹੈ, ਕਿਤੇ ਰਾਜਿਆਂ ਵਾਲੀ ਗੱਲ ਕਰੇ, ਥੱਲੇ ਜਾ ਕੇ ਕਹਿ ਦਿਨਾਂ 'ਚ ਮੁੜੇਗਾ। ਉਹ ਕਹਿੰਦਾ ਮੈਂ ਮਤਲਬ ਤੇਰੇ 3 ਦਿਨਾਂ 'ਚ ਤੇਰੇ ਕੋਲੇ ਆ ਜਾਊਂ। ਭਾਈ ਜਦੋਂ ਗਿਆ ਥੱਲੇ ਉੱਪੜਿਆ, ਉਹਦੀ ਜੋਸ਼ ਨਾਲ ਖੂਹ ਦੇ ਵਿੱਚ ਸਿੱਟੀ ਛਾਲ, ਪਾਣੀ ਨੇ ਰਾਹ ਦੇਤਾ, ਤਾਂ ਭਰਦਾ ਤੁਰਿਆ ਆਉਂਦਾ, ਥੱਲੇ ਰਾਹ ਦਿੰਦਾ ਤੁਰਿਆ ਜਾਂਦਾ। ਜਦੋਂ ਜਾ ਕੇ ਐਨ ਜਨ ਦੇ ਮਤਲਬ ਕੋਲੇ ਜਾ ਵੜਿਆ, ਜਾ ਕੇ ਤੇ ਕੌਕ ਦੇ ਤੇ ਨਿਹਾਲ ਦੇ ਦੋਨੇ ਮਤਲਬ ਉਹਦਾ ਜੀਪ ਬਣਾਉਂਦੀ ਆ। ਕੌਕ ਦੇ ਜਨ ਦੀ ਲੜਕੀ ਸੀ, ਅਤੀ ਸੁੰਦਰ, ਬਹੁਤ ਸੁੰਦਰ। ਵੇਖ ਕੇ ਨਾ ਰਾਜਾ ਹੈਰਾਨ ਹੋ ਗਿਆ। ਉਹ ਕਹਿੰਦਾ ਹਾ ਇਹ ਤਾਂ ਰਾਣੀ ਨਾਲੋਂ ਵੀ ਸੁੰਦਰ ਹੈ। ਹੈਂ ਵੇਖ ਕੇ ਪਹਿਲਾਂ ਹੱਸਿਆ, ਪਹਿਲਾਂ ਰਾਣੀ ਹੱਸੀ ਫਿਰ ਰੋਈ। ਉਹ ਕਹਿੰਦੀ ਵੀ ਕੀ ਗੱਲ ਹੈ? ਕਹਿੰਦੀ ਤੈਨੂੰ ਕੀ ਦੱਸਾਂ, ਕਹਿੰਦੀ ਜਿਹਦੀ ਡੀਕ ਸੀ ਉਹ ਆ ਗਿਆ। ਹੈਂ ਹੁਣ ਮੈਂ ਡਰਦੀ ਆਉਂ ਵੀ ਜਨ ਤੇਰਾ ਪਿਓ ਖਾ ਜੂ ਇਹਨੂੰ। ਉਹ ਕਹਿੰਦੀ ਮੈਨੂੰ ਦਿਖਾ। ਜਦੋਂ ਦਿਖਾਇਆ ਕਹਿੰਦੀ ਹੈ ਵਾਕਿਆ ਜੇ ਇੱਥੇ ਕਾ ਸਿਫਤ ਕਰਦੀ ਸੀ ਉਵੇਂ ਹੈ। ਹੁਣ ਕਹਿੰਦੀ ਦੱਸ, ਕਹਿੰਦੀ ਦੱਸਾਂ ਕੀ ਤੈਨੂੰ ਵੀ ਸ਼ਰਤ ਇੱਕ ਹੈ ਵੀ ਇਹਨੂੰ ਰਾਤ ਨੂੰ ਮੈਂ ਆਪਦੇ ਕੋਲੇ ਲੁਕੋ ਤਾਂ ਮੈਂ ਲਊਂ, ਪਰ ਰੱਖੂੰ ਰਾਤ ਨੂੰ ਆਪਦੇ ਕੋਲੇ। ਉਹ ਕਹਿੰਦੀ ਵੀ ਲੁਕੋ ਲਾ ਇਹਨੂੰ, ਕਿਵੇਂ ਬਚਾ ਇਹਨੂੰ ਬਚਾ। ਇੰਨੇ ਭਾਈ ਜਨ ਆ ਗਿਆ, ਬੂ ਮਾਨਸ ਕਰਦਾ। ਜਨ ਆ ਗਿਆ ਤੇ ਉਹਨੇ ਕੌਕਦੇ ਨੇ ਜਿਉਂ ਉਹਨੂੰ ਬਣਾਇਆ ਮੱਖੀ, ਡੱਬੀ ਵਿੱਚ ਡੱਬੀ ਪਾ ਕੇ 16 ਡੱਬੀਆਂ ਬਣਾ ਲਈਆਂ, ਡੱਬੀ 'ਚ ਤਾੜ ਲਈ, ਤਾੜ ਕੇ ਤੇ ਉੱਥੋਂ ਚਲੀ ਗਈ। ਤੇ ਜਨ ਪੁੱਛਦਾ ਉਹਨੂੰ, ਕਹਿੰਦੀ ਮਾਨਸ ਦੇ ਮੈਂ ਆ, ਮੈਨੂੰ ਖਾ ਲਾ। ਰਾਣੀ ਕਹਿੰਦੀ ਜਾਂ ਛੱਡ ਦੇ। ਜਦੋਂ ਭਾਈ ਉਹਨੂੰ ਵੇਖ ਵਾਕ ਕੇ ਜਨ ਟੈਗ ਗਿਆ, ਉਹ ਰਾਤ ਨੂੰ ਉਹਨੇ ਕੱਢ ਕੇ ਉਹਦੇ ਨਾਲ ਰਾਤ ਗੁਜ਼ਾਰੀ। ਹੁਣ ਰਾਜਾ ਬਹਿੰਦਾ, ਹੀਰੇ ਇੱਕ ਪਾਸੇ, ਹੀਰੇ ਇੱਕ ਪਾਸੇ, ਮੋਤੀ ਇੱਕ ਪਾਸੇ, ਜਵਾਹਰ ਲੱਗੇ ਵੇ। ਕਹਿੰਦਾ ਭੈਣ ਉਹ ਅਸਤਾ ਇੱਕ ਹੀਰਾ ਕੋਲੇ ਤਾਂ ਉਹਦੇ ਤੇ ਰਾਜ ਭਾਗ ਕਰਦੇ ਆ, ਇੱਥੇ ਕਿੰਨੇ ਹੀਰੇ, ਕਿੰਨੇ ਮੋਤੀ, ਕਿੰਨੇ ਜਵਾਹਰ, ਮਤਲਬ ਅੰਤ ਹੀ ਕੋਈ ਨਹੀਂ। ਜਦੋਂ ਉਹਨੇ ਮਤਲਬ ਵੇਖ ਕੇ ਨਾ ਕਹਿੰਦਾ ਵੀ ਵਾਕਿਆ ਜਿਵੇਂ ਸੁਣੀ ਦੀ ਸੀ ਉਵੇਂ। ਕਹਿੰਦੇ ਵੀ ਗੱਲ ਇੰਨੀ ਆ, ਮੇਰੀ ਮਾਂ ਨੂੰ ਮਿਲ ਕੇ ਜਾ।
ਤੜਕੇ ਸੁਬਾਹ ਹੋਈ। ਸੁਬਾਹ ਉਹਦੀ ਮਾਂ ਨੂੰ ਕਹਿੰਦੀ, ਮਾਂ ਅੱਖਾਂ ਤੋਂ ਬਸੀਰ ਸੀ, ਕਹਿੰਦੀ ਜੇ ਮੈਂ ਆਪਦਾ ਮਾਨਸ ਦੇ ਪਤੀ ਭਾਲਣਾ, ਕੋਈ ਤੁਹਾਨੂੰ ਇਤਰਾਜ਼ ਤਾਂ ਨਹੀਂ? ਮੈਂ ਵਰ ਪ੍ਰਾਪਤ ਹੋਈ ਵੀ ਹੈ। ਉਹ ਕਹਿੰਦੀ ਵੀ ਗੱਲ ਇੰਨੀ ਆ ਪੁੱਤ, ਜਮਾਨਸ ਦੇ ਨੇ, ਆਪਾਂ ਜਨਜਾਤੀ ਹੈ, ਜਨਜਾਤੀ 'ਚ ਭਾਲ ਲਾ। ਮਾਨਸ ਦੇ ਨੇ ਤੈਨੂੰ ਵਰਜਣਾ ਨਹੀਂ, ਬਖਸ਼ਣਾ ਨਹੀਂ। ਉਹ ਕਹਿੰਦੀ ਨਾ ਮਾਂ, ਮੈਨੂੰ ਕੁਛ ਨਹੀਂ ਹੁੰਦਾ। ਉਹਨੇ ਭਾਈ ਕਹਿ ਕੇ ਆਪਦੀ ਮਾਂ ਤੋਂ ਲੈ ਕੇ ਇਜਾਜ਼ਤ ਤੇ ਨਰ ਸੁਲਤਾਨ ਦਾ ਸਿਰ ਨਾ ਪਲਾਸਤਾ। ਜਦੋਂ ਪਲੋਸਤਾ ਤੇ ਹੋ ਗਿਆ। ਉਹ ਹੁਣ ਚੱਕ ਕੇ ਉਹਨੂੰ ਲੁਕਾਉਂਦੀ ਹੈ ਤੇ ਜਿੰਨ ਮਤਲਬ ਜਦੋਂ ਤੜਕੇ ਆਉਂਦਾ ਹੈ, ਉਹਨੇ ਫੇਰ ਲੁਕੋ ਲਿਆ। ਲੁਕੋ ਕੇ ਵੇਖ ਕੇ ਚਾਰ ਚਪੇਰਾ ਉਹਨੂੰ ਨਾ ਮਤਲਬ ਪਤਾ ਲੱਗਿਆ ਜਿੰਨ ਨੂੰ। ਉਹ ਆਪਦੀ ਮਾਰ 'ਤੇ ਉੱਠ ਗਿਆ, ਮਾਰ 'ਤੇ ਉੱਠ ਗਿਆ ਤੇ ਕਹਿੰਦਾ ਵੀ ਮੈਨੂੰ ਰਾਣੀ ਨੂੰ ਮਿਲਾ। ਕਹਿੰਦਾ ਮੈਨੂੰ ਰਾਣੀ ਨੂੰ ਮਿਲਾ। ਜਦੋਂ ਰਾਣੀ ਕੋਲੇ ਗਏ, ਰਾਣੀ ਨੂੰ ਕਹਿੰਦਾ ਵੀ ਦੱਸ ਹੁਣ ਕਦੋਂ ਚੱਲਣਾ ਹੈ? ਕੌਕ ਦੇ ਕਹਿੰਦੀ ਤੂੰ ਇਹਨੂੰ ਮਨੀ ਫੜਾ ਦੇ, ਇਹਨੂੰ ਭੇਜ ਦੇ, ਆਪਾਂ ਮਗਰੋਂ ਚੱਲਾਂਗੇ। ਤੈਨੂੰ 10 ਦਿਨ ਹੋ ਗਏ ਆਏ ਨੂੰ, ਹੈਂ? ਤੈਨੂੰ ਉਹ ਕਹਿੰਦਾ ਮੈਂ ਬੰਦੇ ਨਾਲ ਕਰਾਰ ਤਾਂ 3 ਦਿਨਾਂ ਦਾ ਕਰਿਆ ਸੀ। ਉਹ ਹੁਣ ਨਿੱਤ ਬਹਿੰਦਾ ਤੇ ਜਾਨੀ ਕੀ ਕਰਦਾ ਨਾ, ਆਪਦਾ ਮਤਲਬ ਜਦੋਂ 10-15 ਦਿਨ ਹੋ ਗਏ ਬਾਹਰੋਂ ਕੋਈ ਖੂਹ 'ਚੋਂ ਨਿਕਲਿਆ ਨਾ, ਤੇ ਲੈ ਕੇ ਚੂੜੀਆਂ ਬੰਗਾਂ ਤੇ ਭਾਲਦਾ ਫਿਰਦਾ ਵੀ ਕਈ ਵਾਰ ਮੈਂ ਆਸੇ ਪਾਸੇ ਹੋਵਾਂ, ਉਹ ਨਿਕਲ ਗਈ ਹੋਵੇ। ਹੈਂ? ਵੇਖਦਾ ਅੱਗਾ ਪਿੱਛਾ ਵੇਖ ਕੇ ਤੇ ਕਿਤੇ ਨਾ ਮਤਲਬ ਹੈ ਤੇ ਪਿੰਡ ਦੇ ਵਿੱਚ ਬੰਗਾਂ ਵੇਚਦਾ ਫਿਰਦਾ, ਆਪਦਾ ਮਤਲਬ ਟਾਈਮ ਜਿਹਾ ਪੂਰਾ ਕਰਦਾ। ਇੱਕ ਦਿਨ ਕੀ ਹੋਇਆ, ਜੇ ਦਿਨ ਛਿਪਣ ਵਾਲਾ ਹੋ ਗਿਆ ਤੇ ਰਾਣੀ ਨਿਕਲ ਆਈ ਖੂਹ 'ਚੋਂ, ਤੇ ਰਾਜਾ ਹਰੀ ਚੰਦ, ਰਾਜਾ ਹਰੀ ਸਿੰਘ ਫਿਰਦਾ ਸੀ। ਜਦੋਂ ਰਾਜਾ ਹਰੀ ਸਿੰਘ ਫਿਰਦਾ ਸੀਗਾ, ਉਹ ਘੋੜੇ 'ਤੇ ਬਹਾ ਕੇ ਤਲਵਾਰ ਦੇ ਜ਼ੋਰ ਨਾਲ ਉਹਨੂੰ ਲੈ ਗਿਆ, ਜਾ ਕੇ ਆਪਦੇ ਕੋਲੇ ਕੈਦ ਕਰ ਲਈ। ਜਦੋਂ ਕੈਦ ਕਰ ਲਈ ਤਾਂ ਉਹਦੇ ਜਿਹੜਾ ਮਣਕਾ ਜਿਹਾ ਸੀ ਨਾ, ਮਨੀ, ਉਹਨੇ ਸੋਚਿਆ ਵੀ ਇਹ ਤਾਂ ਮਣਕਾ ਜਿਹਾ, ਇਹ ਕੀ ਚੀਜ਼ ਹੈ? ਹੈਂ? ਮੈਨੂੰ ਆ ਇਵੇਂ ਫੜਾ ਛੱਡਿਆ। ਐਂ ਤਾਂ ਸੋਚਿਆ ਨਾ ਵੀ ਮੈਂ ਇਹਦੀ ਜੋਸ਼ ਨਾਲ ਬਾਹਰ ਆਈ ਹੈ, ਇਹਦੀ ਕਰਾਮਾਤ ਨਾਲ ਮੈਂ ਥੱਲਿਓਂ ਤਾਂ ਆਈ ਹੈ। ਹੈਂ? ਤੇ ਚੱਕ ਕੇ ਭਾਈ ਉਹਨੇ ਸੋਚਿਆ ਵੀ ਆ ਤਾਂ ਇੱਕ ਫਾਈ 'ਚੋਂ ਨਿਕਲੇ, ਦੂਜੀ 'ਚ ਫਸ ਗਏ। ਹੈਂ? ਉਹਨੇ ਮਤਲਬ ਤਾਹਾਂ ਮਹਿਲੀ 'ਚ ਚੜ੍ਹਾ ਕੇ ਮਹਿਲੀ, ਤੇ ਉਹਨੇ ਟਾਲ ਦੇ ਵਿੱਚ ਰੱਖਤੀ। ਉਹਦੇ ਕੋਲੇ ਦਾਸੀ ਛੱਡਤੀ। ਇੱਕ ਦਿਨ ਕੀ ਹੋਇਆ, 8-7 ਦਿਨ ਜਦੋਂ ਹੋ ਗਏ ਤਾਂ ਦਾਸੀ ਨੂੰ ਚੱਕ ਕੇ ਕਹਿੰਦੀ ਨੇ ਆ ਲੈ ਜਾ ਮਣਕਾ ਜਾ, ਇੱਥੇ ਕੀ ਮੇਰੇ ਦਾ ਕਿਸੇ ਕੰਮ ਨਹੀਂ। ਕਹਿੰਦੀ ਅੱਛਾ। ਉਹਨੇ ਵੇਖਿਆ ਵੀ ਭੈਂਦਣਾ ਲਾਲ ਸੂਹਾ ਮਣਕਾ, ਬਹੁਤ ਚਮਕ ਇਹਦੀ। ਹੈਂ? ਉਹ ਸੋਹਣਾ ਵੇਖ ਕੇ ਹੀ ਉਹ ਲੈ ਗਈ। ਉਹਨੇ ਵੀ ਜਾ ਕੇ ਆਪਦੇ ਆਲੇ 'ਚ ਰੱਖਤਾ ਤੇ ਜਾਨੀ ਬੰਗਾਂ ਵੇਚਦਾ ਫਿਰਦਾ। ਬੰਗਾਂ ਚੜਾ ਲਓ ਬੰਗਾਂ। ਜਦੋਂ ਬੰਗਾਂ ਦਾ ਹੋਕਾ ਦਿੱਤਾ ਨਾ, ਦੁਪਹਿਰਾ ਤਿੱਖੜ ਤੇ ਜਾ ਕੇ ਆਣ ਕੇ ਕਹਿੰਦੀ ਵੇ ਭਾਈ ਵੀਰਾ, ਮੇਰੇ ਕੋਲੇ ਪੈਸੇ ਤਾਂ ਹੈ ਨਹੀਂ, ਇੱਕ ਮੇਰੀ ਨਵੀਂ ਰਾਣੀ ਆਈ ਹੈ। ਹੈਂ? ਉਹਨੇ ਇੱਕ ਮਣਕਾ ਜਿਹਾ ਦਿੱਤਾ, ਲਾਲ ਜਿਹਾ। ਉਹ ਕਹਿੰਦਾ ਦਿਖਾ ਖਾਂ। ਜਦੋਂ ਲਾਲ ਜਿਹਾ ਕਿਹਾ, ਉਹਨੇ ਵੇਖਿਆ ਵੀ ਇਹ ਤਾਂ ਉਹੀ ਮਨੀ ਹੈ, ਇਹ ਕਿਵੇਂ ਆ ਗਈ? ਉਹਦੇ ਭਾਈ ਜਿਹੜੀਆਂ ਬੰਗਾਂ ਸੀ ਉਹਦੇ ਚੜਾ ਕੇ ਤੇ ਮਹਿਲੀ ਥੱਲੇ ਆ ਗਿਆ। ਮਹਿਲਾਂ ਥੱਲੇ ਹੋਕਾ ਦਿੱਤਾ। ਹੁਣ ਉਹ ਰਾਣੀ ਫਸੀ ਵੀ, ਮਤਲਬ ਆਸਾ ਪਾਸਾ ਭਾਲਦੀ ਹੈ ਵੀ ਕੋਈ ਬੰਦਾ ਮਿਲੇ ਤਾਂ ਮੈਂ ਇੱਥੋਂ ਨਿਕਲਾਂ। ਉਹਨੇ ਭਾਈ ਦਾਸੀ ਨੂੰ ਕਹਿੰਦੀ ਵੀ ਜਾ ਰਾਜੇ ਨੂੰ ਪੁੱਛ ਕੇ ਆ, ਮੈਂ ਬੰਗਾ ਚੜਾਉਣੀਆਂ। ਉਹ ਕਹਿੰਦਾ ਹਾਂ ਅੱਜ ਤਾਂ ਬੜਾ ਖੁਸ਼ੀ ਦਾ ਦਿਨ ਹੈ ਜੇ ਉਹਨੇ ਬੰਗਾ ਮੰਗੀਆਂ ਤਾਂ। ਉਹ ਕਹਿੰਦੀ, ਉਹਨੇ ਕਿਹਾ ਸੀ ਰਾਜੇ ਨੂੰ ਵੀ ਮੇਰੇ ਉਹਨਾਂ ਜਿੰਨਾ ਚੱਕਰ ਮੇਰੇ ਬਦਨ ਦੇ ਕੱਪੜੇ ਨਹੀਂ ਨਾ ਪਾੜਦੇ, ਮੇਰੇ ਨੇੜੇ ਨਾ ਹੋ ਜੀ। ਠੀਕ ਹੈ।
ਕਹਿੰਦਾ ਵੀ ਤੇਰਾ ਮੇਰਾ ਵਾਅਦਾ। ਜਦੋਂ ਬੰਗਾਂ ਦਾ ਨਾਂ ਲੈਤਾ ਰਾਜਾ ਖੁਸ਼ ਹੋ ਕੇ ਤੇ ਉਹਨੂੰ ਕਹਿੰਦਾ ਵੀ ਜਾ ਲਿਆ ਦੇ। ਜਦੋਂ ਭਾਈ ਉਹਨੂੰ ਸੱਦਿਆ, ਹੁਣ ਉਹਦੇ ਜਿਹੜੇ ਮੂਹਰੇ ਟੰਗੇ ਹੋਏ ਸੀਗੇ ਕੰਘੇ ਸੀਸੇ ਲਟਰਮ ਪਟਰਮ, ਉਹਨੂੰ ਵੇਖ ਕੇ ਤੇ ਉਹ ਕਹਿੰਦਾ ਭਾਈ ਬੰਗਾਂ ਚੜਾਉਣੀਆਂ ਰੰਗ ਭਰ ਕੇ ਕਿ ਕਿਵੇਂ ਫਿੱਕੀਆਂ ਚੜਾਉਣੀਆਂ ਕਿ ਰੰਗ ਭਰ ਕੇ ਚੜਾਉਣੀਆਂ? ਉਹ ਕਹਿੰਦੀ ਜੀ ਰੰਗ ਭਰ ਕੇ ਚੜਾਉਣੀਆਂ। ਕਹਿੰਦਾ ਫਿਰ ਦਾਸੀ ਤੋਂ ਰੰਗ ਮੰਗਾ। ਜਦੋਂ ਦਾਸੀ ਨੂੰ ਰੰਗ ਲੈਣ ਭੇਜਤਾ, ਕਹਿੰਦਾ ਰਾਣੀ ਤੁਸੀਂ ਲੋਕ ਢੋਰ ਕਿਉਂ ਹੁੰਨੇ ਆ? ਕੱਢ ਕੇ ਮਣਕਾ ਤਲੀ ਤੇ ਫੜਾਤਾ। ਕਹਿੰਦਾ ਤੂੰ ਇਹਦੀ ਪਾਵਰ ਨਹੀਂ ਜਾਣਦੀ ਵੀ ਕੀ ਸੀ ਹੈਂ? ਪਹਿਲੀ ਗੱਲ ਤਾਂ ਤੂੰ, ਕਹਿੰਦੀ ਤੂੰ ਹੈ ਕੌਣ? ਕਹਿੰਦਾ ਮੈਂ ਜਾਨੀ ਹੈ। ਤੈਨੂੰ ਕਹਿ ਕੇ ਨਹੀਂ ਭੇਜਿਆ? ਕਹਿੰਦੀ ਕਹਿ ਕੇ ਤਾਂ ਭੇਜਿਆ ਸੀ, ਪਰ ਮੈਨੂੰ ਇਹ ਰਾਜਾ ਉੱਥੋਂ ਐਸ ਤੱਕਾਂ ਕਰਕੇ ਤਲਵਾਰ ਦੇ ਜ਼ੋਰ ਤੇ ਕੈਦ ਕਰਕੇ ਲਿਆਇਆ। ਮੈਂ ਨਿਕਲਦੀ ਦਿਨ ਛਿਪ ਗਿਆ ਸੀ, ਪਰ ਮੈਨੂੰ ਤਲਵਾਰ ਦੇ ਜ਼ੋਰ ਤੇ ਮਤਲਬ ਇਹ ਖਿੱਚ ਕੇ ਲਿਆਇਆ। ਕਹਿੰਦਾ ਵੀ ਹੁਣ ਕਹਿੰਦੀ ਕਾਹਦਾ? ਮੈਨੂੰ ਲੈ ਕੇ ਚੱਲ। ਅੱਛਾ। ਕਹਿੰਦਾ ਰਾਣੀ ਸ਼ੁੱਕਰਵਾਰ ਦਾ ਦਿਨ ਹੋਵੇ, ਤੂੰ ਕਹੀ ਵੀ ਮੈਂ ਚਗੂਠੀਆ ਦੀਵਾ ਕਰਦੀ ਹੁੰਦੀ ਆ ਸਰਹੱਦ ਤੇ ਮੈਂ ਰਾਜੇ ਨੂੰ ਲਿਆਉਣਾ ਥੱਲੇ। ਦਿਨ ਮੈਨੂੰ 4 ਦੇ ਦੇ। ਜਦੋਂ 4 ਦਿਨਾਂ 'ਚ ਥੱਲੇ ਉਤਰ ਗਿਆ, ਜਾ ਕੇ ਰਾਜੇ ਨੂੰ ਕਹਿੰਦਾ ਰਾਜਨ ਤੂੰ ਯਾਰ ਬੜਾ ਕਮਾਲ ਦੀ ਗੱਲ ਆ, ਤੂੰ ਤਾਂ ਇੱਥੇ ਜੀ ਲਾ ਲਿਆ ਹੈਂ? ਗਾਹਾਂ ਅੱਗਾ ਪਿੱਛੇ ਵੀ ਤੂੰ ਵੇਖ। ਤੂੰ ਕਹਿੰਦਾ ਯਾਰ ਵੇਖ ਤਾਂ ਸਹੀ। ਕੌਕਦੇ ਕਹਿੰਦੀ ਜੀ ਚੱਲਾਂਗੇ, ਸਵੇਰੇ ਚੱਲਾਂਗੇ। ਜਾਨੀ ਨੂੰ ਉੱਥੇ ਪਾਤਾ ਜਿੱਥੇ ਹੀਰੇ ਮੋਤੀ ਜਵਾਹਰ ਸੀ। ਜਦੋਂ ਉੱਥੇ ਪਾਤਾ, ਜਾਨੀ ਨੇ ਤਾਂ ਪਟ ਪਟ ਕੰਧਾਂ ਨੂੰ ਗੀਸੇ ਮਤਲਬ ਦੋਨੇ ਜੇਬਾਂ, ਉਹ ਕਿਹੜੀ ਚੀਜ਼ ਹੈ ਜਿੱਥੇ ਮਤਲਬ ਨੇਫੇ 'ਚ ਵੀ ਭਰ ਲਏ, ਨੇਫੇ ਅੱਗੇ ਪਿੱਛੇ ਮਤਲਬ ਆਹ ਥਾਂ ਹੀਰਿਆਂ ਨਾਲ ਮੋਤੀਆਂ ਨਾਲ ਮਤਲਬ ਭਰ ਲਏ। ਜਦੋਂ ਭਰ ਲਏ, ਭਰ ਕੇ ਤੇ ਉਹਨੂੰ ਕਹਿੰਦਾ ਵੀ ਚੱਲ ਗਏ। ਕੌਕਦੇ ਕਹਿੰਦੀ ਵੀ ਚਲੋ। ਬਾਹਰ ਆ ਗਏ। ਜਦੋਂ ਬਾਹਰ ਆ ਗਏ, ਸ਼ੁੱਕਰਵਾਰ ਦਾ ਦਿਨ ਦੱਸਿਆ ਸੀਗਾ। ਜਦੋਂ ਆਣ ਕੇ ਦੱਸਿਆ ਉਹਨੂੰ ਰਾਜੇ ਨੂੰ, ਕਹਿੰਦਾ ਰਾਣੀ ਤਾਂ ਤੇਰੀ ਹਰੀ ਸਿੰਘ ਲੈ ਗਿਆ ਵੀ ਐ ਤੱਕਾਂ ਕਰਕੇ ਤੇ ਉਹਨੂੰ ਸਬਕ ਸਿਖਾਉਣਾ। ਉਹ ਕਹਿੰਦਾ ਵੀ ਸਿਖਾਇਆ ਕਿਵੇਂ ਜਾਊ? ਕਹਿੰਦਾ ਮੈਂ ਰਾਣੀ ਨੂੰ ਕਹਿ ਕੇ ਆਇਆ ਵੀ ਰਾਜੇ ਦੀ ਭੈਣ ਹੋਵੇ, ਰਾਜੇ ਦੀ ਮਤਲਬ ਪਰਿਵਾਰ ਹੋਵੇ ਹੈਂ, ਉਹਨੂੰ ਨਾਲ ਲੈ ਕੇ ਤੇ ਤੂੰ ਮਤਲਬ ਸਰਹੱਦ ਤੇ ਚਗੂਠੀਆ ਦੀਵਾ ਕਰਨਾ ਕਹਿ ਦੀ। ਉਹੀ ਗੱਲ ਉਹਨੇ ਉਹਦੇ ਆਪਦੀ ਭੈਣ ਭੇਜਤੀ। ਜਦੋਂ ਭੈਣ ਭੇਜਤੀ, ਉਹਨੇ ਭਾਈ ਨਾਲ ਅੰਗ ਰੱਖੀਏ ਭੇਜਤੇ। ਅੰਗ ਰੱਖੀਏ ਮਗਰ ਖੜ ਗਏ। ਜਦੋਂ ਚਗੂਠੀਆ ਦੀਵਾ ਕਰਕੇ ਮਤਲਬ ਤੁਰਨ ਲੱਗੀ, ਰਾਜਾ ਨਰ ਸੁਲਤਾਨ ਤੇ ਜਾਨੀ ਆ ਕਿ ਘੋੜੀ ਲੈ ਕੇ। ਉਹਨਾਂ ਨੇ ਮਗਰ ਬਾਈ ਕਹਿੰਦਾ ਮੈਂ ਤਾਂ ਬਾਉਂਦਾ ਨਹੀਂ ਜਾਨੀਆਂ ਦਾ, ਜਨਾਨੀ ਤੋਂ ਰਹਿਤ ਸੀ। ਕਹਿੰਦਾ ਵੀ ਕਿਉਂ? ਕਹਿੰਦਾ ਮੈਂ ਨਹੀਂ ਬਾਉਂਦਾ, ਆਪਦੇ ਮਗਰ ਬਾਦਾ ਤੇ ਲੈ ਜਾ ਕੇ ਤੜਕੇ ਭਾਈ ਜਦੋਂ ਰਾਜੇ ਨੂੰ ਪਤਾ ਲੱਗਿਆ ਹਰੀ ਸਿੰਘ ਨੂੰ, ਜਾ ਕੇ ਲੈ ਕੇ ਦੰਦਾਂ ਦੇ ਵਿੱਚ ਘਾਹ ਤੇ ਜਾ ਵੜਿਆ। ਕਹਿੰਦਾ ਵੀ ਮੈਥੋਂ ਹੋ ਗਈ ਗਲਤੀ, ਮੈਨੂੰ ਨਹੀਂ ਸੀ ਪਤਾ, ਮੈਨੂੰ ਮਾਫੀ ਦੇ ਦੀ ਤੇ ਮੇਰੀ ਭੈਣ ਵਾਪਸ ਕਰ ਦੇ। ਕਹਿੰਦਾ ਜੇ ਅਸੀਂ ਤੇਰੀ ਭੈਣ ਹੋ ਸੀ ਮੇਰੀ ਭੈਣ ਜਿਵੇਂ ਤੇਰੇ ਕੋਲੇ ਆਈ ਸੀ ਉਵੇਂ ਪਈ ਹੈ, ਜਾ ਲੈ ਜਾ। ਆ ਵੀ ਤੂੰ ਚੰਗਾ ਹੋ ਗਿਆ ਜਿਹੜਾ ਤੂੰ ਮਤਲਬ ਮਾਫੀ ਮੰਗੀ। ਕਰਦੇ ਕਰਾਉਂਦੇ ਨੂੰ ਜਦੋਂ ਰਾਣੀ ਲਿਆ ਕੇ ਤੇ ਕਿੱਥੇ ਬੈਠੇ ਆ? ਦਰਿਆ ਦੀ ਕਾਛੜ ਤੇ ਬੈਠੇ ਆ। ਕਾਛੜ ਤੇ ਬੈਠੇ ਆ, ਵੇਖਦੇ ਆ ਚਾਰ ਚਪੇਰਾ ਤੇ ਕੋਕਲੀਆਂ ਮਹਿਕਦੇ ਅੰਦਰੋਂ ਮਤਲਬ ਕੋਕਲੀਆਂ ਬਣਾ ਪਾਣੀ ਦੇ ਵਿੱਚ ਸਿੱਟਦੀ ਹੈ। ਉਹ ਉੱਤੇ ਲਿਖਦੀ ਹੈ ਵੀ ਮੇਰਾ ਦੀਨ ਭ੍ਰਿਸ਼ਟ ਕਰ ਦੇਣਗੇ, ਵੀ ਜੇ ਕੋਈ ਹੈ ਹਿੰਦੂ ਤਾਂ ਮੈਨੂੰ ਇੱਥੋਂ ਕੱਢ ਲਓ। ਵੀ ਇਸ ਤਰ੍ਹਾਂ ਕਰਕੇ ਸਲਮਾਨ ਜੇ ਕੋਈ ਵੀ ਮਤਲਬ ਬੰਦਾ ਮੈਂ ਉਸੇ ਨੂੰ ਵਰ ਲੂੰ, ਮੈਨੂੰ ਇੱਥੋਂ ਕੱਢ ਲੈ। ਹੁਣ ਉਹ 18 ਸਾਲ ਦੀ ਹੋਈ ਵੀ ਸੀ, 5 ਸਾਲ ਦੀ ਚੱਕੀ ਸੀ। ਗਲੀ ਦੇ ਵਿੱਚੋਂ ਦੋਨੇ ਭੈਣਾਂ ਖੇਡਦੀਆਂ ਫਿਰਦੀਆਂ ਸੀ ਤੇ 5 ਸਾਲ ਦੀ ਚੱਕ ਕੇ
ਲੈ ਗਏ ਸੀਗੇ ਪਠਾਨ। ਉਹ ਕਹਿੰਦੀ ਵੀ ਪਠਾਨ ਮੇਰਾ ਦੀਨ ਭ੍ਰਿਸ਼ਟ ਕਰ ਦੇਣਗੇ, ਮੈਂ 18 ਸਾਲ ਦੀ ਹੋ ਗਈ ਐ ਤੇ ਮੈਨੂੰ ਕੋਈ ਇੱਥੋਂ, ਮੈਂ ਉਸੇ ਨੂੰ ਵਰ ਲੂੰ ਜਿਹੜਾ ਮੈਨੂੰ ਇੱਥੋਂ ਕੱਢੂਗਾ। ਲੈ ਕੇ ਚਲੋ ਚਾਲ ਤੁਰੇ ਜਾਂਦੇ ਆ, ਨਹਾਈ ਜਾਂਦੇ ਆ। ਨਹਾ ਕੇ ਤੇ ਜਦੋਂ ਕੋਕਲੀਆਂ ਫੜੀਆਂ ਨਾ, ਮੈਂ ਕਿਹਦੇ ਕੋਲੇ ਆ ਗਈ, ਕੋਕਲੀ ਨਿਹਾਲ ਦੇ ਕੋਲੇ। ਨਿਹਾਲ ਦੇ ਕੋਲੇ ਉਹਨੇ ਵੇਖੀ ਕੋਕਲੀ, ਕਹਿੰਦੀ ਇਹ ਤਾਂ ਮੇਰੀ ਭੈਣ ਹੈ। ਓਹੋ, ਮੇਰੀ ਭੈਣ ਹੈ। ਉਹ ਕਹਿੰਦਾ ਰਾਣੀ ਕਿਤੇ ਐਵੇਂ ਨਾ ਸਿਆਪੇ 'ਚ ਪਾ ਦੀ। ਕਹਿੰਦੀ ਨਹੀਂ ਜੀ, ਇਸ ਤੱਕਾਂ ਕਰਕੇ ਅਸੀਂ ਖੇਡਦੀਆਂ ਫਿਰਦੀਆਂ ਸੀ, ਮੇਰੀ 5 ਸਾਲ ਦੀ ਭੈਣ ਚੱਕੀ ਵੀ ਹੈ, ਉਹ ਆ ਪਠਾਣਾ ਦੇ। ਕਹਿੰਦਾ ਹੁਣ ਫਿਰ ਕੀ? ਕਹਿੰਦੀ ਇਹਨੂੰ ਕਿਵੇਂ ਕੱਢੋ ਇੱਥੋਂ, ਕੱਢੋ। ਜਾਨੀ ਭਾਈ ਜਿਉਂ ਚੱਲਿਆ, ਜਾਨੀ ਨੂੰ ਕਹਿੰਦਾ ਵੀ ਕਿਹਨੂੰ ਕੱਢ ਕੇ ਲਿਆ, ਕਿਵੇਂ ਲਿਆ? ਤੁਲਾ ਬਣਾਇਆ। ਹੁਣ ਵਿਚਾਲੇ ਦਰਿਆ ਦੇ ਵਿੱਚ ਉਹ ਮਹਿਲ, 4 ਚੁਫੇਰੇ ਪਾਣੀ ਤੇ ਥੋੜਾ ਜਿਹਾ ਥਾਂ, ਮਤਲਬ ਬਾਗ ਲੱਗਿਆ ਵਾ ਜਿੱਥੇ ਰਾਣੀ ਟਹਿਲਦੀ ਹੁੰਦੀ ਸੀ। ਜਦੋਂ ਜਾ ਕੇ ਨਾ ਮਾਲਣ ਰੱਖੀ ਵੀ ਵਿੱਚ, ਉਹਦੇ ਪੱਤਣ ਦੇ ਨਾਲ ਲੱਗਿਆ ਵਾ ਬਾਗ। ਜਾਨੀ ਭਾਈ ਲੈ ਕੇ ਤੁਲਾ ਤੇ ਤੁਰ ਪਿਆ। 4 ਦਿਨ 5 ਦਿਨ ਹੋ ਗਏ, ਭੁੱਖਾ ਪਿਆਸਾ। ਆਣ ਕੇ ਤੁਲਾ ਲਾਤਾ ਪਾਣੀ ਦਾ। ਜਦੋਂ ਲਾਤਾ ਤੁਲਾ ਤੇ ਕਿੱਥੇ ਆਣ ਕੇ ਉਹ ਬਾਗ 'ਚ ਵੜ ਗਿਆ। ਬਾਗ ਦੇ ਬੂਟੇ ਨਾਲ ਸਾਧਾਂ ਵਾਲਾ ਭੇਸ ਕਰਿਆ ਵਾ ਤੇ ਬੈਠਾ। ਮਾਲਣ ਆਈ, ਬੱਟ ਚੀਚੀਆਂ ਲੱਗੀ, ਉਹਨੂੰ ਦਿਲ ਦੇ ਛਾਲੇ ਫੇਣ। ਕਹਿੰਦੀ ਵੀ ਉੱਚੀਆਂ ਲੰਮੀਆਂ ਬਾਹਾਂ ਕੱਢ ਕੇ ਲੱਗੀ ਮਿਹਣੇ ਦੇਣ ਵੀ। ਕਹਿੰਦੀ ਤੂੰ ਕੌਣ ਹੈ, ਕਿੱਥੋਂ ਆਇਆ ਤੂੰ? ਹੈਂ, ਇਹ ਤਾਂ ਜਨਾਨਾ ਬਾਗ ਹੈ, ਜੇ ਇੱਥੇ ਬੇਗਮ ਆ ਗਈ ਤੇਰੇ ਕੋਟ ਤੇਰੀਆਂ ਚਮਕਾਂ ਨਾਲ ਤੇਰਾ ਮਾਂ ਛੜਾ ਦੂੰ, ਨਾਲੇ ਮੈਨੂੰ ਮਰਵਾ ਦੇਗਾ। ਉਹ ਕਹਿੰਦਾ ਵਾਹ, ਕਿਉਂ ਘਬਰਾ ਗਈ ਮਾਲਣ? ਉਹਨੇ ਕੱਢ ਕੇ ਸਰਾਫੀ ਮੂਹਰੇ ਮਾਰੀ। ਮਾਲਣ ਕੋਸ ਢਲੀ ਘੱਟ ਹੋ ਗਈ। ਜਦੋਂ ਫੇਰ ਬੋਲੀ ਗਈ, ਉਹਨੇ ਇੱਕ ਹੋਰ ਦੇਤੀ। ਕਹਿੰਦਾ ਮਾਲਣ ਮੈਂ ਭੁੱਖਾ ਐ, ਕੋਈ ਖਾਣ ਨੂੰ ਦੇ ਮੈਨੂੰ। ਉਹ ਕਹਿੰਦੀ ਮੈਂ ਰੋਟੀ ਬਣਾਉਣੀ ਆ। ਗੱਲ ਇੱਕ ਸੁਣ ਲਾ, ਪਰ ਗੱਲ ਇੰਨੀ ਆ ਵੀ ਰਹਿਣਾ ਅੰਦਰੇ ਹੋਊਗਾ, ਇਹ ਨਾ ਹੋਵੇ ਵੀ ਤੂੰ ਬਾਹਰ ਤੁਰਿਆ ਫਿਰੇ। ਕਹਿੰਦਾ ਕੋਈ ਨਹੀਂ, ਮੈਂ ਤਾਂ ਬਣਾਉਣੀ ਆ ਰੋਟੀ। ਹੈਂ, ਤੇ ਮੈਂ ਹਾਰਾਂ ਤੋਂ ਲੇਟ ਹੋ ਜੂ ਜੇ ਮੈਂ ਤੇਰੀ ਰੋਟੀ ਬਣਾਉ। ਕਹਿੰਦਾ ਤੂੰ ਰੋਟੀ ਬਣਾ, ਤੇਰੇ ਹਾਰ ਮੈਂ ਗੁੰਦ ਦਿੰਦਾ। ਕਹਿੰਦੀ ਨਾ 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 ਨਾ, ਗੁੰਦੂ ਤਾਂ ਮੈਂ ਆਪ ਹੀ। ਉਹ ਕਹਿੰਦਾ ਗੁੰਦ ਲਈ। ਹੁਣ ਉਹ ਜਦੋਂ ਉਹ ਤਾਂ ਰੋਟੀ ਬਣਾਉਣ ਲੱਗ ਗਈ, ਉਹਨੇ ਕਰਿਆ ਦਾਤੀ ਨੂੰ ਯਾਦ, ਰੰਗ ਬਰੰਗੇ ਫੁੱਲ ਉਹਦੇ ਬਾਗ 'ਚ ਹੀ ਨਾ ਹੈ, ਜਿਹੜੇ ਮਤਲਬ ਫੁੱਲ ਉਹਨੇ ਗੁੰਦੇ। ਜਦੋਂ ਗੁੰਦ ਕੇ ਫੁੱਲ ਆ ਗਈ, ਆਣ ਕੇ ਤੇ ਜਿਹੜਾ ਉਹ ਪੁੱਛਦਾ ਵੀ ਹਾਰ ਕਿਹੜਾ ਪਾਉਣੀ? ਉਹ ਕਹਿੰਦੀ ਜੀ ਵੱਡੀ ਰਾਣੀ ਦੇ ਉੱਪਰੋਂ ਚੱਲਦਾ, ਫਿਰ ਛੋਟੀ ਦੇ, ਫਿਰ ਛੋਟੀ ਦੇ, ਫਿਰ ਛੋਟੀ ਦੇ, ਫਿਰ ਬੇਗਮ ਕੋਲੇ ਜਾਣਾ। ਅੱਛਾ, ਕਹਿੰਦੇ ਗੱਲ ਇੱਕ ਸੁਣ ਲਾ। ਥੱਲੇ ਹਾਰ ਰੱਖਤਾ ਉਹਦਾ ਪੁਣ ਕੇ, ਵਿੱਚ ਪਾਤੀ ਚਿੱਠੀ। ਜਦੋਂ ਚਿੱਠੀ ਪਾਤੀ, ਉਹ ਕਹਿੰਦਾ ਮਾਲਣੇ ਤੇਰੇ ਹਾਰ ਗੁੰਦ ਤੇ ਮੈਨੂੰ ਰੋਟੀ ਖਵਾ ਜਾ। ਉਹ ਕਹਿੰਦੀ ਉਹ ਤੂੰ ਬਹੁਤ ਮਾੜੀ ਗੱਲ ਕਰੀ, ਇਹ ਤਾਂ ਮਹਿਕ ਜਾਊਗੀ, ਇਹਨਾਂ ਤੇ ਮਨਾਖਾ ਬੈਠੇ ਆ, ਉਹਨਾਂ ਨੇ ਮੈਨੂੰ ਲੰਘਣ ਨਹੀਂ ਦੇਣਾ। ਘਬਰਾ ਨਾ ਤੂੰ, ਸਾਰੇ ਨਿਗਾਉਂ ਤੇਰੇ। ਜਦੋਂ ਜਾਵੜੀ ਮਾਲਣ ਲੈ ਕੇ ਚੱਕ ਕੇ ਟੋਕਰੀ ਲੰਘਣ ਲੱਗ ਗਈ ਤੇ ਅੰਨੇ ਨੇ ਤੇ ਮਨਾਖੇ ਨੇ ਭਾਈ ਰੌਲਾ ਪਾ ਲਿਆ। ਅੰਨਾ ਕਹਿੰਦਾ ਵਿੱਚੋਂ ਮਰਦਾਂ ਦੇ ਹੱਥ ਦਾ ਮੁਸ਼ਕ ਆਉਂਦਾ ਹੈ, ਇਹਨੂੰ ਮਰਦਾਂ ਦੇ ਹੱਥ ਲੱਗੇ ਵੇ ਆ, ਇਹ ਤੂੰ ਲਿਆਈ ਕਿੱਥੋਂ ਆ? ਇਹ ਤਾਂ ਆਪਣੇ ਬਾਗ 'ਚ, ਮਤਲਬ ਤੈਂ ਲੱਗਦਾ ਵੀ ਆਪਣੇ ਬਾਗ ਦੇ ਤਾਂ ਫੁੱਲ ਹੀ ਹੈ ਨਹੀਂ। ਉਹ ਮਨਾਖਾ ਕਹਿੰਦਾ ਜਿਹੜਾ ਇੱਕ ਅੱਖੋਂ ਦੀਦਾ ਸੀ, ਉਹ ਕਹਿੰਦਾ ਕਿਉਂ ਰੋਟੀ ਬੰਦ ਕਰਦਾ ਕੰਜਰ ਦਾ, ਇਕੱਲੀ ਮਾਲਣ ਹੈ, ਕੋਈ ਇਹਦੇ ਨਾਲ ਮਰਦ ਨਹੀਂ, ਲੰਘ ਜਾਣ ਦੇ, ਤੂੰ ਕੀ ਲੈਣਾ ਹੈ? ਚੱਲ ਜੀ ਕਹਿ ਕਹਾ ਕੇ ਨਗਾਤੀ।
ਨਗਾਤੀ ਹਾਰ ਪਾਉਂਦੀ ਆਈ। ਜਦੋਂ ਆਣ ਕੇ ਮੈਂ ਕਦੇ ਦੇ ਹਾਰ ਪਾਇਆ ਮੈਂ ਕਦੇ ਦੇ ਹਾਰ ਤੇ ਵੇਖਿਆ, ਵੇਖ ਕੇ ਵਿੱਚ ਉਹਦੇ ਚਿੱਠੀ ਵੀ ਮੈਂ ਚੱਕਾਂ ਕਰਕੇ ਤੈਨੂੰ ਲੈਣ ਵਾਸਤੇ ਆਇਆ ਜਾਨੀ, ਤੇ ਜੇ ਤੂੰ ਚੱਲਣਾ ਤਾਂ ਮਾਲਣ ਨੂੰ ਇਹਨੂੰ ਰੁਜ਼ਗਾਰ ਚੌਗਣਾ ਕਰ ਦੇ। ਮੈਨੂੰ ਨਿਸ਼ਾਨੀ ਮਿਲ ਜੂ ਵੀ ਜੇ ਤੂੰ ਇਹਨੂੰ ਮੋਤੀਆਂ ਦਾ ਹਾਰ ਦੇ ਦੇਂਗੀ, ਥਾਲ ਦੇ ਦੇਂਗੀ ਤਾਂ ਮੈਨੂੰ ਪਤਾ ਲੱਗ ਜੂ। ਉਹ ਮਾਲਣ ਨੂੰ ਕਹਿੰਦੀ ਵੀ ਮੋਤੀ ਤਾਂ ਮੇਰੇ ਕੋਲੇ ਹੈ ਹੀ ਨਹੀਂ। ਉਹਨੇ ਮਾਲਣ ਦੇ ਨਾਮ ਕਿਤੇ ਮਾਲਣ ਪਰ ਜਦੋਂ ਚਿੱਠੀ ਵੇਖੀ, ਮਾਲਣ ਦੇ ਕੋਟਲੇ 2 ਛੱਡਤੇ ਕਰਕੇ ਇਕੱਠੀ ਕੌਲੀ ਨਾਲ ਲਾਤੀ। ਜਦੋਂ ਕੌਲੀ ਨਾਲ ਲਾਤੀ, ਵੇਖ ਕੇ ਅੱਗਾ ਪਿੱਛਾ, ਜਦੋਂ ਚਿੱਠੀ ਪੜ੍ਹ ਕੇ ਚਿੱਠੀ ਤੇ ਸੱਦਿਆ ਚਿੜੰਗੋ ਨੂੰ ਸੱਦਿਆ। ਸਹੇਲੀ ਸੀ, ਚਿੜੰਗੋ ਨੂੰ ਕਹਿੰਦੀ ਵੀ ਇਸ ਤਰ੍ਹਾਂ ਕਰਕੇ ਆਹ ਗੱਲ ਹੈ। ਉਹ ਕਹਿੰਦੀ ਨਹੀਂ, ਗੱਲ ਸੁਣ, ਜਿਹੜਾ ਤੈਨੂੰ ਲੈਣ ਵਾਸਤੇ ਆਇਆ ਐਡੀ ਵੱਡੀ ਕੁਰਬਾਨੀ ਕਰਕੇ, ਤੇ ਤੂੰ ਮਤਲਬ, ਉਹ ਕਹਿੰਦੀ ਮੇਰੇ ਕੋਲੇ ਹੀਰੇ ਨਾ ਮੋਤੀ ਹੈ ਹੀ ਨਹੀਂ। ਉਹ ਤਾਂ ਕਹਿੰਦਾ ਮੋਤੀਆਂ ਦੇ ਹਾਰ ਪਾ ਦੇ, ਇਹਨੂੰ ਥਾਲ ਪਾ ਦੇ। ਉਹ ਕਹਿੰਦੀ ਵੀ ਇਉਂ ਨਾ ਕਰ, ਉਹਨੂੰ ਜਵਾਬ ਦੇ, ਕੋਈ ਕਿਸੇ ਤਰੀਕੇ ਨਾਲ ਦੇ। ਉਹ ਕਹਿੰਦੀ ਮਾਲਣ ਨੂੰ ਕਹਿੰਦੀ ਨਹੀਂ, ਮਾਲਣੇ ਗੱਲ ਸੁਣ, ਅੱਜ ਤੋਂ ਤੇਰਾ ਰੁਜ਼ਗਾਰ ਚੌਗਣਾ, ਕੱਲ੍ਹ ਨੂੰ ਤੈਨੂੰ ਹਾਰ ਲਿਆਈ, ਕੱਲ੍ਹ ਨੂੰ ਤੈਨੂੰ ਇਹ ਸਭ ਕੁਛ ਮਿਲੂਗਾ। ਪਰ ਜਾ ਕੇ ਉਹਨੂੰ ਕਹਿ ਦੀ ਵੀ ਜੋ ਕੁਛ ਕਹੇਗਾ ਤੂੰ ਸਭ ਕੁਛ ਤਿਆਰ ਆ, ਜੋ ਕਰੇਗਾ ਸੋ ਹੋਊਗਾ। ਜਿਹੜਾ ਆਇਆ ਨਾ ਕੋਈ ਸਾਧ ਹੈਂ, ਉਹਦੀ ਚੰਗੀ ਟਹਿਲ ਸੇਵਾ ਕਰੀ, ਉਹਨੂੰ ਦੱਸ ਦੀ। ਠੀਕ ਹੈ। ਜਦੋਂ ਜਾ ਕੇ ਵੇਖਿਆ, ਮਾਲਣ ਕਹਿੰਦੀ ਗਈ ਬਾਗ ਦੇ ਵਿੱਚ ਵੇਖਿਆ ਜਾਨੀ। ਕਹਿੰਦਾ ਕਿਉਂ? ਉਹ ਕਹਿੰਦੀ ਜੀ ਉਹਦੇ ਕੋਲੇ ਦੇਣ ਨੂੰ ਤਾਂ ਕੁਛ ਨਹੀਂ ਸੀ। ਓਹੋ, ਫੇਰ ਕਹਿੰਦੀ ਵੀ ਇਸ ਤਰ੍ਹਾਂ ਕਰਕੇ ਆਹ ਗੱਲ ਕਹੀ ਆ ਉਹਨੇ ਮੈਨੂੰ। ਠੀਕ ਹੈ। ਖਵਾਜੇ ਦੀ ਲੱਗ ਗਿਆ ਭਗਤੀ ਕਰਨ। 10 ਦਿਨ ਖਵਾਜੇ ਦੀ ਭਗਤੀ ਕਰੀ ਖਵਾਜੇ ਦੀ, ਮਤਲਬ ਬਾਬੇ ਖਵਾਜੇ ਨੇ ਉਹਨੂੰ ਛੁਰੀ ਸਿੱਟੀ ਵੀ 10 ਕਰਮਾਂ ਪਿੱਛੇ ਹਟ ਕੇ ਨਿਸ਼ਾਨੀ ਲਾ ਲਈ, ਸੁਰੰਗ ਜਾਊਗੀ ਥੱਲੇ। ਜਦੋਂ ਖਵਾਜੇ ਨੇ ਛੁਰੀ ਸਿੱਟੀ ਵੀ ਸੁਰੰਗ ਜਾਊਗੀ, ਮੈਂ ਐਨ ਜਮਾ ਉਹਦੇ ਥੱਲੇ। ਇਹਦਾ ਭਗਤੀ ਕਰਨ ਲੱਗ ਗਿਆ ਤੇ ਇਹਨੇ ਕੀ ਕੀਤਾ, ਅਗਲੇ ਦਿਨ ਮਾਲਣ ਨੂੰ ਕਹਿੰਦਾ ਵੀ ਮੈਂ ਤੇਰੇ ਨਾਲ ਚੱਲਣਾ। ਉਹ ਕਹਿੰਦੀ ਨਾ ਮੈਂ ਨਹੀਂ ਤੈਨੂੰ ਲਿਜਾ ਸਕਦੀ। ਕਹਿੰਦਾ ਕਿਉਂ? ਉਹ ਕਹਿੰਦੀ ਵੀ ਇਸ ਤਰ੍ਹਾਂ ਕਰਕੇ ਮੈਂ ਤੈਨੂੰ ਕਹੂੰਗੀ ਹੈਂ ਵੀ ਮੇਰਾ ਮੁਸ਼ਕਿਲ ਹੈ, ਤੈਨੂੰ ਲਿਜਾ ਨਹੀਂ ਸਕਦੀ। ਅੰਨਾ ਤੇ ਮਨਾਖੇ ਨੇ ਲੰਘਣ ਨਹੀਂ ਦੇਣਾ ਤੇ ਮੇਰੀ ਐਸੀ ਤੇਸੀ ਕਰਾ ਦੇਗਾ। ਉਹ ਕਹਿੰਦਾ ਮਾਲਣ ਜਾ ਪਰੇ, ਤੂੰ ਤਾਂ ਗਮ ਹੀ ਕੱਚਾ ਕਰਦੀ ਆ। ਚੱਕ ਕੇ 5 ਮੋਹਰਾਂ ਹੋਰ ਕੱਢ ਕੇ ਦੇ ਦਿੱਤੀਆਂ। ਕਹਿੰਦੀ ਵੀ ਕੱਲ੍ਹ ਨੂੰ ਸਹੀ, ਅੱਜ ਮੈਂ ਉੱਥੇ ਦੱਸ ਆਊਂਗੀ। ਹਾਰ ਪਾ ਕੇ ਹਾਰ ਟੋਕਰੀ 'ਚ ਤੁਰ ਗਈ। ਆਣ ਕੇ ਖਾਣਾ ਬਣਾਇਆ, ਖਾਣਾ ਦਿੱਤਾ ਉਹਨੂੰ। ਜਦੋਂ ਦੱਸਿਆ ਵੀ ਤੇਰਾ ਰੁਜ਼ਗਾਰ ਮੇਰਾ ਚੌਗਣਾ ਹੋ ਗਿਆ। ਹੁਣ ਕਹਿੰਦੀ ਮੈਂ ਅੱਜ ਕਹਿ ਕੇ ਆਈ ਵੀ ਮੇਰੀ ਭਾਂਜ ਨੂੰ ਆਈ ਵੀ ਹੈ ਤੇ ਤੈਨੂੰ ਜਨਾਨਾ ਭੇਸ ਕਰਨਾ ਪਊ। ਉਹ ਕਹਿੰਦਾ ਕੋਈ ਗੱਲ ਨਹੀਂ। ਪਾ ਕੇ ਜਨਾਨੀਆਂ ਵਾਲੇ ਲੀੜੇ ਅਗਲੇ ਦਿਨ ਹੋ ਗਿਆ ਤਿਆਰ ਹੋ ਗਿਆ। ਜਦੋਂ ਤਿਆਰ ਹੋ ਕੇ ਬਹਿ ਗਿਆ ਗੱਡੀ ਦੇ ਵਿੱਚ, ਬੱਗੀ ਦੇ ਵਿੱਚ। ਹੁਣ ਬੱਗੀ ਮਰਦ ਦਾ ਵਜ਼ਨ ਜ਼ਿਆਦਾ ਹੁੰਦਾ, ਬੱਗੀ ਹੌਂਕੇ। ਜਦੋਂ ਉਹਨੇ ਤੇ ਮਨਾਖੇ ਕੋਲੇ ਆ ਗਿਆ ਨਾ ਤੇ ਚੱਕਰ ਪੈ ਗਿਆ। ਅੰਨਾ ਕਹਿੰਦਾ ਜੀ ਵਿੱਚ ਮਰਦ ਹੈ। ਮਨਾਖਾ ਕਹਿੰਦਾ ਨਹੀਂ ਮਰਦ। ਕੰਜਰ ਦਿਆ ਕਿਉਂ ਰੋਟੀਆਂ ਜਨਾਨੀਆਂ ਬੈਠੀਆਂ ਦੋਨੇ, ਕਿਉਂ ਮੈਂ ਮੇਰੀ ਐਸੀ ਤੈਸੀ ਕਰਾਉਣਾ। ਉਹਨੇ ਜਦੋਂ ਕਹਿੰਦਾ ਵੀ ਬੀਣੀ ਵਿਖਾਓ, ਉਹਨੇ ਹੌਲੀ ਦੇ ਕੇ ਮਾਲਣ ਦੀ ਬੀਣੀ ਫੜ ਕੇ ਮੂਹਰੇ ਕਰਤੀ। ਜਦੋਂ ਮਾਲਣ ਦੀ ਬੀਣੀ ਵੇਖੀ ਵੀ ਜਨਾਨੀ ਦੀ ਬਾਂਹ ਤੇ ਬੰਦੇ ਦੀ ਬਾਂਹ ਦਾ ਫਰਕ ਹੁੰਦਾ, ਜਦੋਂ ਵੇਖਿਆ ਉਹਨੂੰ ਕਹਿੰਦੀ ਓਹੋ ਇਹ ਤਾਂ ਮਾੜੀ ਗੱਲ ਆ।
ਕਹਿੰਦਾ ਤੂੰ ਆਪਣੀ ਰੋਟੀ ਬੰਦ ਕਰਾਉਣੀ ਆ, ਹੋਰ ਕੁਛ ਨਹੀਂ। ਜਨਾਨੀਆਂ ਲੰਘ ਜਾਣ ਦੇ ਕਹਿੰਦਾ ਕਹਾਰ ਹੌਂਕਦੇ, ਕਹਿੰਦਾ ਮਰਦ ਹੋਊਗਾ ਵਿੱਚ ਜਮਾਂ, ਬਿਲਕੁਲ ਕੋਈ ਝੂਠ ਨਹੀਂ। ਵਾਸ਼ਨਾ ਆਉਂਦੀ ਆ ਮੈਨੂੰ, ਜੇ ਆਉਂਦਾ ਉਹ ਆਉਂਦਾ, ਬਹੁਤ ਜਰਿਆ ਕਰੀ, ਲੰਘਣ ਨਾ ਦੇਵੀ। ਉਹ ਕਹਿੰਦੀ ਲੈ ਅੱਜ ਸਹੀ, ਅੱਜ ਮੈਂ ਕਹਿ ਕੇ ਬੇਗਮ ਨੂੰ ਤੇਰੀ ਮੈਂ ਕਰਾਉਣੀ ਆ ਅਸਲੀ ਤਸਲੀ ਮਾਲਣਾ ਦੀ। ਤੇ ਲੰਘ ਗਏ। ਹੁਣ ਜਿੱਥੇ ਪਹਿਲਾਂ ਹਾਰ ਪਾਉਂਦੀ ਹੈ, ਮਾਲਣ ਤਾਂ ਹਾਰ ਪਾਉਂਦੀ ਹੈ, ਇਹ ਕੋਲੇ ਨਾਲ ਲਿਖ ਦਿੰਦਾ ਵੀ ਅੱਜ ਤੋਂ 8 ਦਿਨਾਂ ਨੂੰ ਚਾਹੇ ਅਸਮਾਨ ਚਾੜ੍ਹਦੇ ਤੇ ਚਾਹੇ ਧਰਤੀ ਵਾੜਦੇ, ਅੱਜ ਤੋਂ 8 ਦਿਨਾਂ ਨੂੰ ਬੇਗਮ ਨੂੰ ਲੈ ਜਾਣਾ। ਇੱਥੇ ਲਿਖ, ਜਿੱਥੇ ਹਾਰ ਪਾਉਂਦੀ ਉੱਥੇ ਲਿਖ ਦਿੰਦਾ ਕੋਲੇ ਨਾਲ, ਜਿੱਥੇ ਹਾਰ ਪਾਉਂਦੀ ਉੱਥੇ ਲਿਖ ਦਿੰਦਾ। ਜਦੋਂ ਵੇਖ ਕੇ ਭਾਈ ਨਿਹਾਲ ਦੇ ਤੇ ਲਾਤੇ ਪਿੰਜਰੇ ਲੋਹੇ ਦੇ, ਮਹਿਕ ਦੇ, ਆਹੋ ਕੋਕ ਦੇ ਤੇ ਮਹਿਕ ਦੇ ਤੇ ਲਾਤੇ ਪਿੰਜਰੇ ਲਾਤੇ। ਬੁਰਾ ਹਾਲ, ਬੈਂਕਾ ਦਿਹਾੜਾ, ਮਤਲਬ ਲੋਹੇ ਦੇ ਉੱਤੇ ਪਹਿਰੇ ਲਾਤੇ ਵੀ ਕਿਤੇ ਲੈ ਨਾ ਜਾਵੇ। ਮੇਰੇ ਵਰਗੇ ਥੇਲੇ ਲਈ ਖੜੇ ਆ, ਵੇਖਦੇ ਅੱਗਾ ਪਿੱਛਾ, ਕੋਈ ਮਤਲਬ ਪਤਾ ਨਹੀਂ ਲੱਗਦਾ ਗਾ। ਜਦੋਂ ਵੇਖਿਆ ਲੈ ਕੇ ਖਵਾਜੇ ਦਾ ਨਾਂ, ਮਤਲਬ ਦਾਤੇ ਦਾ, ਚੱਕੀ ਛੁਰੀ ਦਿੱਤਾ ਮਧਾਣੀ ਚੀਰਾ, ਤੇ ਥੱਲੇ ਦੀ ਸੁਰੰਗ ਪਿੰਜਰੇ ਦੇ ਆ ਲੱਗੀ। ਜਦੋਂ ਪਿੰਜਰੇ ਦੇ ਥੱਲੇ ਸੁਰੰਗ ਆ ਲੱਗੀ, ਮਧਾਣੀ ਚੀਰਾ ਦਿੱਤਾ ਤੇ ਹੌਲੀ ਦੇ ਕੇ ਬੁੱਕਲ 'ਚ ਤਾਰ ਲਈ ਤੇ ਉਸੇ ਤੱਕ ਲਾਤੀ ਝਾਕਲੀ ਲਾ ਕੇ ਜਿਉਂ ਚੱਲੇ। ਚਲੋ ਚਾਲ ਦਰਿਆ ਝਾਟ ਤੁਲਾ ਬੰਨਿਆ ਤੇ ਤੁਰ ਪਏ। ਜਦੋਂ ਤੁਰ ਪਏ ਤਾਂ ਵੇਖਦਾ ਬਾਲਾ ਬੌਰਗਾ ਨਿਸ਼ਾਨਕੀ ਬਹੁਤ ਸੀ। ਉਹਨੇ ਵੇਖਿਆ, ਨਜ਼ਰ ਵੀ ਬਹੁਤ ਸੀ ਉਹਦੀ, ਬੌਰਗੇ ਦੀ ਨਜ਼ਰ ਬਹੁਤ ਤਿੱਖੀ ਹੁੰਦੀ ਹੈ, ਗੱਲ ਤੁਹਾਨੂੰ ਦੱਸਾਂ। ਜਦੋਂ ਉਹਨੇ ਵੇਖਿਆ, ਵੇਖ ਕੇ ਪੱਗਾ ਪਿੱਛਾ ਜਦੋਂ ਛੱਡੀ ਮਤਲਬ ਤੀਰ, ਤੇ ਆ ਵਿਚਾਲਿਓਂ ਤੁਲਾ ਟੁੱਟ ਗਿਆ। ਜਦੋਂ ਵਿਚਾਲਿਓਂ ਤੁਲਾ ਟੁੱਟ ਗਿਆ ਤਾਂ ਇੱਕ ਦੂਜੇ ਨੂੰ ਮਤਲਬ ਬਚਾਉਂਦੇ ਆ। ਜਦੋਂ ਬਚਾਉਂਦੇ ਆ ਤਾਂ ਖਵਾਜੇ ਨੂੰ ਧਿਆਈ ਜਾਂਦਾ, ਹੋਰ ਤਾਂ ਕੋਈ ਚਾਰਾ ਨਹੀਂ ਚੱਲਦਾ। ਉਹ ਥੱਲੇ ਨੂੰ ਦਬਾਉਂਦੀ ਹੈ ਪਾ ਕੇ ਜੱਫੀ, ਦੂਜਾ ਦਬਾਉਂਦਾ ਹੁੰਦਾ। ਜਦੋਂ ਆਪਾਂ ਮੋਰਾਂ ਨੂੰ ਪਾਉਂਦਾ ਨਾ ਜੱਫੀ, ਉਹ ਥੱਲੇ ਨੂੰ ਨੱਪਦਾ। ਉਹਨੇ ਜਦੋਂ ਇਹ ਗੱਲ ਹੋ ਗਈ ਨਾ, ਉਹਨੇ ਫਿਰ ਖਵਾਜੇ ਨੂੰ ਯਾਦ ਕਰਿਆ। ਖਵਾਜੇ ਨੇ ਜਿਉਂ ਚੱਕਿਆ ਮਤਲਬ ਆਪਦਾ ਪਿਛਲਾ ਪਾਸਾ ਬਣ ਕੇ ਮੱਛ ਤੇ ਚੱਕ ਕੇ ਪੱਤਣ ਤੇ ਮਾਰੇ, ਗੋਡੇ ਪਾਉਂਦੇ। ਜਦੋਂ ਦੋਨੇ ਬਚ ਗਏ, ਨਿਕਲ ਗਏ ਤੇ ਆ ਗਏ। ਰਾਜੇ ਨੂੰ ਕਹਿੰਦਾ ਲੈ ਹਾਮਲਾ ਆ ਗਏ। ਆਣ ਕੇ ਹੁਣ ਨਾਨਕੀ ਸ਼ੱਕ ਭਰਦੇ ਆ, ਨਾਨਕੀ ਸ਼ੱਕ ਤੇ ਆ ਗਏ। ਨਾਨਕੀ ਸ਼ੱਕ ਵੇਖਦੇ ਆ, ਜੋ ਕੁਛ ਸੀਗਾ ਉਹਦੇ ਭੈਣ ਭਰਾ ਲੈ ਕੇ ਆਏ, ਉਹਨਾਂ ਤੋਂ ਉਹਦੇ ਭਰਾ ਗੌਰ ਨਹੀਂ ਸੀ ਕਰਦੇ, ਲੈ ਕੇ ਆਏ। ਉਹਨਾਂ ਦਾ ਵੀ ਸਾਰਾ ਜਾਨੀ ਨੇ ਲੁੱਟ ਲਿਆ। ਲੁੱਟ ਕੇ ਤੇ ਬਖਾਲਾ ਵਿਖਾਤਾ ਉਹਨੂੰ। ਕਹਿੰਦਾ ਵੀ ਗੱਲ ਇੰਨੀ ਹੈ, ਬੁੜੀਆਂ ਲੱਸੀ ਪੈਰ ਨਹੀਂ ਪਾਉਂਦੀਆਂ ਹੁੰਦੀਆਂ ਜਦੋਂ ਬਰਾਤ ਜਾਂਦੀ ਹੈ। ਬਰਾਤ ਚੜ੍ਹ ਗਈ ਤੇ ਜਾਨੀ ਨੂੰ ਕਹਿੰਦਾ ਵੀ ਆਪਾਂ ਮਗਰੋਂ ਚੱਲਾਂਗੇ। ਜਦੋਂ ਲੱਸੀ ਪੈਰ ਪਾ ਕੇ ਉਹਨੂੰ ਚੌਂਤੇ ਚੜਾ ਕੇ ਆਪਦੀ ਧਰਮ ਦੀ ਭੈਣ ਨੂੰ ਤੁਰ ਪਿਆ। ਜਾ ਕੇ ਕਿੱਥੇ ਜਾਵੜੇ, ਬਰਾਤੀ ਕਾਂਚਨਾਪੁਰੀ 'ਚ ਬਰਾਤ ਜਾਵੜੇ। ਤੇ ਵੇਖਦੇ ਬਰਾਤ ਤੇ ਸ਼ਹਿਰ ਵੇਖਦੇ ਫਿਰਦੇ ਆ ਕਾਂਚਨਾਪੁਰੀ। ਅਤਰੀ ਤੇ ਛਤਰੀ ਦੋ ਭੈਣਾਂ ਸੀ ਤੇ ਬਹੁਤ ਮਤਲਬ ਮੰਨੀਆਂ ਤੰਨੀਆਂ ਤੇ ਸੁੰਦਰ ਸੀ। ਚਰਖੇ ਡਾਹੇ ਵੀ ਦੋਨਾਂ ਭੈਣਾਂ ਦੇ। ਉਹਨਾਂ ਨੇ ਜਦੋਂ ਸੁਲਤਾਨ ਲੰਘਣ ਲੱਗਾ, ਉਹਨਾਂ ਨੇ ਮਾਰਿਆ ਜਾਦੂ ਤੇ ਬੱਕਰਾ ਬਣਾ ਲਿਆ। ਬੱਕਰਾ ਬਣਾ ਕੇ ਤੇ ਆਪਦੇ ਕੋਲੇ ਬੰਨ ਲਿਆ। ਜਾਦੂ ਕਰਨੀਆਂ ਸੀ। ਵੇਖ ਕੇ ਜਦੋਂ ਉਹਨੂੰ ਵੇਖਿਆ ਭੈਣ ਵੀ ਰਾਜਾ ਨਰ ਸੁਲਤਾਨ ਕਿੱਥੇ ਆ, ਵੇਖਿਆ ਰਾਜਾ ਨਰ ਸੁਲਤਾਨ ਜਾਨੀ ਭਾਲਦਾ ਰਾਜੇ ਨੂੰ, ਰਾਜਾ ਥਿਆਉਂਦਾ ਨਹੀਂ। ਅੱਗਾ ਪਿੱਛਾ ਵੇਖ ਕੇ ਬਹੁਤ ਮਤਲਬ ਭਾਲ ਕਰਦਾ।
ਇੱਧਰ ਹੋਏ ਉੱਧਰ ਹੋਏ। ਉਹਨੇ ਸੋਚਿਆ ਵੀ ਇੱਥੋਂ ਗਾਇਬ ਹੋਇਆ ਸੀ, ਇੱਥੇ ਕੋਈ ਕਰਾਮਾਤ ਹੈ। ਅੱਗੋਂ ਪਿੱਛੋਂ ਕਰਦਾ ਕਰਾਉਂਦਾ ਭਾਈ ਜਦੋਂ ਉੱਥੇ ਆ ਗਿਆ ਨਾ, ਆਣ ਕੇ ਕਹਿੰਦਾ ਵੀ ਗੱਲ ਇੰਨੀ ਹੈ, ਆ ਬੱਕਰਾ ਮੁੱਲ ਦੇ ਦੇ। ਕਹਿੰਦੀਆਂ ਵੀ ਬੱਕਰਾ ਤਾਂ ਮੁੱਲ ਨਹੀਂ ਮਿਲਦਾ। ਰਾਤ ਨੂੰ ਮਤਲਬ ਉਹ ਇੱਕ ਜਣੀ ਰਾਤ ਨੂੰ ਮਤਲਬ ਉਹਨੂੰ ਕਰਕੇ ਤੇ ਤੜਕੇ ਨੂੰ ਬੱਕਰਾ ਬਣਾ ਕੇ ਤੇ ਛੋਲੇ ਪਾ ਕੇ ਭਟੂਰੇ ਦੇ ਵਿੱਚ ਰੱਖ ਦਿੰਦੀਆਂ। ਹੁਣ ਉਹਨੇ ਛੋਲੇ ਕਾਹਦੇ ਚੱਬਣੇ ਸੀ, ਵਿਖਾਵਾ ਸੀ। ਜਾਨੀ ਭਾਈ ਖੜਾ ਖੜਾ ਬੱਕਰੇ ਦੀ ਮਤਲਬ ਵੇਖਦਾ ਤੁਰਿਆ ਵੀ ਮੈਨੂੰ ਬੱਕਰਾ ਦੇ ਦਿਓ, ਕਰਦਾ ਕਰਾਉਂਦਾ। ਤੇ ਜਿਹੜੀ ਉਹਦੀ ਲਾਈ ਵੀ ਸੀ ਮੇਖ ਸਿਰ 'ਚ, ਉਹਨੇ ਪੱਟਤੀ ਤੇ ਉਹ ਇੱਕਦਮ ਮਤਲਬ ਟੁੱਟ ਗਿਆ। ਮਤਲਬ ਜਾਦੂ ਟੁੱਟ ਗਿਆ ਤੇ ਉਹ ਰਾਸਤ ਹੋ ਗਿਆ। ਵਾਪਸ ਆ ਗਈ। ਆ ਕੇ ਵਾਪਸ ਜਦੋਂ ਵੇਖ ਕੇ ਭਾਈ ਚੌਂਤੇ ਚੜੀ ਵੀ ਭੈਣ ਨੂੰ ਤੇ ਖੁਸ਼ ਹੋ ਗਿਆ। ਉੱਥੋਂ ਜਿਉਂ ਚੱਲੇ ਹੁਣ ਵਾਪਸ ਤੁਰੇ ਆਉਂਦੇ ਆ ਤੇ ਜਨ ਪਿੱਪਲ ਤੇ ਬੈਠਾ ਵੇਖਦਾ ਵੀ ਫੇਰ ਆ ਗਏ, ਅੱਜ ਨਹੀਂ ਇਹਨਾਂ ਨੂੰ ਛੱਡਣਾ। ਨਾਲ ਕੌਕਦੇ ਜਨ ਦੀ ਲੜਕੀ, ਜਦੋਂ ਉਹਨੇ ਦੇਖਿਆ ਵੀ ਕੌਕਦੇ ਨਾਲ ਹੈ, ਇਹ ਇਹਨਾਂ ਨਾਲ ਕਿਵੇਂ ਤੁਰੀ ਆਉਂਦੀ ਹੈ। ਵੇਖਿਆ ਵੀ ਤੂੰ ਹੈਂ। ਉਹ ਕਹਿੰਦੀ ਪਿਤਾ ਜੀ ਗੱਲ ਇੰਨੀ ਹੈ ਵੀ ਬਹੁਤ ਕੁਛ ਕਰ ਲਿਆ ਤੂੰ, ਹੁਣ ਛੱਡ ਦੇ ਹੈਂ। ਉਹਨੂੰ ਕਹਿੰਦੀ ਵੀ ਗੱਲ ਇੰਨੀ ਹੈ, ਉਹ ਲੰਘਣ ਨਹੀਂ ਦਿੰਦਾ ਵੀ ਤੁਹਾਨੂੰ ਇਹ ਮਤਲਬ ਖਰਾਬ ਕਰੂਗਾ। ਉਹਨੂੰ ਪਤਾ ਲੱਗ ਗਿਆ। ਥੱਲੇ ਪਤਾਲ 'ਚ ਫੇਰ ਲੈ ਗਈ ਦੋਨਾਂ ਨੂੰ ਲਿਜਾ ਕੇ। ਉਹਨੂੰ ਕਹਿੰਦੀ ਵੀ ਗੱਲ ਇੰਨੀ ਹੈ, ਚੱਕੀ ਪੀਸੀ, ਜੇ ਤਾਂ ਚੱਕੀ ਪੁੱਠੀ ਫੇਰਦੇ ਆ ਤਾਂ ਦੂਰ ਚਲਿਆ ਜਾਂਦਾ, ਜੇ ਚੱਕੀ ਸਿੱਧੀ ਫੇਰਦੇ ਆ ਤਾਂ ਨੇੜੇ ਤੁਰਿਆ ਆਉਂਦਾ। ਜਦੋਂ ਵੇਖਿਆ ਉਹਨੂੰ ਕਹਿੰਦੀ ਵੀ ਤੋਤਾ ਪਿੰਜਰੇ ਦੇ ਥੱਲੇ ਪਿੰਜਰਾ ਇਹਦੇ ਥੱਲੇ ਆ, ਪਿੰਜਰੇ ਨੂੰ ਵਿੱਚੋਂ ਤੋਤਾ ਕੱਢੋ। ਤੋਤੇ ਦੇ ਫੰਗ ਪੱਟ ਕੇ ਉਹਦੀ ਧੌਣ ਪੱਟੀ, ਲੱਤਾਂ ਤੋੜੀਆਂ। ਉਹ ਕਹਿੰਦਾ ਲੱਤਾਂ ਤੋੜ ਲਈਆਂ, ਅਜੇ ਵੀ ਮੈਨੂੰ ਛੱਡ ਦਿਓ। ਕਹਿੰਦਾ ਹੁਣ ਨਹੀਂ ਛੱਡਦੇ ਤੈਨੂੰ। ਜਿਉਂ ਚੱਲੇ ਉੱਥੋਂ ਚੱਲ ਕੇ ਤੇ ਵਾਪਸ ਆ ਗਈ। ਵਾਪਸ ਆਣ ਕੇ ਆਪਦਾ ਰਾਜ ਭਾਗ